ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾ। ਰਸਨਾ ਰਾਮ ਰਾਮ ਬਖਾਨਾ, ਗੁਣ ਗੋਪਾਲ ਉਚਾਰ ਦਿਨ ਰੈਨਾ, ਭਏ ਕਲਮਲ ਹਾਨ। ਰਸਨਾ ਰਾਮ ਰਾਮ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾ। ਕੇਦਾਰਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਰਸਨਾ ਰਾਮ ਰਾਮ ਬਖਾਨਾ। ਇਹ ਭਾਈ ਰਸਨਾ ਜ਼ਬਾਨ ਕਰਕੇ ਰਮੇ ਹੋਏ ਪਰਮਾਤਮਾ ਦੇ ਨਾਮ ਭਾਵ ਜਸ ਨੂੰ ਉਚਾਰਨ ਕਰੋ। ਗੁਣ ਗੋਪਾਲ ਉਚਾਰ ਦਿਨ ਰਹਿਣਾ। ਪਰਮਾਤਮਾ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਵੀ ਦਿਨ ਰਾਤ ਉਚਾਰਨ ਕਰੋ। ਭਏ ਕਲਮਲ ਹਾਨ। ਤਾਂ ਤੇਰੇ ਕਲਬਲਾਹਟ ਪਾਉਣ ਵਾਲੇ ਪਾਪ ਜਾਂ ਕਲ ਯੁਗ ਦੇ ਮੈਲ ਰੂਪ ਪਾਪ ਜਾਂ ਮਲ ਵਖੇਪ ਅਵਰਨ ਰੂਪ ਕਲਮਲ ਪਾਪ ਜਿਹੜੇ ਨੇ ਉਹ ਨਾਸ਼ ਹੋ ਜਾਣਗੇ। ਰਹਾਉ ਵਿਸ਼ਰਾਮ ਦੀ ਕਰ ਫਰਮਾਨ ਕਰਦੇ ਨੇ। ਤਿਆਗ ਚਲਣਾ ਸਗਲ ਸੰਪਤ। ਇਹ ਭਾਈ ਅੰਤ ਨੂੰ ਹਾਥੀ ਘੋੜੇ ਮੱਝਾਂ ਗਾਵਾਂ ਆਦਿਕ ਸਾਰੀ ਵਿਭੂਤੀ ਨੂੰ ਇੱਥੇ ਹੀ ਛੱਡ ਕਰਕੇ ਪਰਲੋਕ ਨੂੰ ਚਲੇ ਜਾਣਾ ਪੈਣਾ ਹੈ। ਕਾਲ ਸਿਰ ਪਰ ਜਾਣਾ। ਇਸ ਲਈ ਮੌਤ ਨੂੰ ਸਦਾ ਹੀ ਆਪਣੇ ਸਿਰ ਉੱਪਰ ਖੜੀ ਜਾਣਨਾ ਕਰ। ਹਰ ਜੀਓ ਕਾਲ ਸਦਾ ਸਿਰ ਉੱਪਰ ਠਾਂਡੇ, ਜਨਮ ਜਨਮ ਮੈਦਾਈ। ਮਿਥਨ ਮੋਹ ਦੁਰੰਤ ਆਸਾ। ਜੋ ਝੂਠੇ ਪਦਾਰਥਾਂ ਦੇ ਮੋਹ ਕਰਕੇ ਦੁਰੰਤ ਕਠਨ ਬੇਅੰਤ ਆਸ ਇੱਛਾ ਲੱਗੀ ਹੋਈ ਹੈ। ਝੂਠ ਸਰ ਪਰਮਾਨ। ਇਹਨਾਂ ਪਦਾਰਥਾਂ ਨੂੰ ਜ਼ਰੂਰ ਬਰ ਜ਼ਰੂਰ ਝੂਠੇ ਹੀ ਮੰਨਣਾ ਕਰ। ਸਤ ਪੁਰਖਾਂ ਅਕਾਲ ਮੂਰਤ
ਸਤ ਨਾਸ਼ ਤੋਂ ਰਹਿਤ ਪੁਰਖ ਪਰਿਪੂਰਨ, ਕਾਲ ਤੋਂ ਰਹਿਤ ਮੂਰਤ ਹਸਤੀ ਸਰੂਪ ਵਾਲਾ ਪ੍ਰਭੂ ਹੈ। ਹਿਰਦੈ ਧਾਰਹੁ ਧਿਆਨ, ਉਸ ਦਾ ਆਪਣੇ ਹਿਰਦੇ ਵਿੱਚ ਧਿਆਨ ਧਰਨ ਕਰ, ਜਾਂ ਹਿਰਦੇ ਵਿੱਚ ਨਿਸ਼ਚੈ ਕਰਨ ਰੂਪ ਧਿਆਨ ਧਾਰਨ ਕਰ। ਨਾਮ ਨਿਧਾਨ ਲਾਭ ਨਾਨਕ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਾਂ ਦੁਆਰਾ ਬਖਸ਼ਿਆ ਹੋਇਆ ਨਾਮ ਦਾ ਖਜ਼ਾਨਾ ਹੀ ਨਫੇ ਵਾਲਾ ਹੈ। ਵਸਤ ਇਹ ਪਰਵਾਨ, ਅਤੇ ਇਹੀ ਵਸਤੂ ਲੋਕ ਪਰਲੋਕ ਦੇ ਵਿੱਚ ਪ੍ਰਮਾਣਿਕ ਸਫਲੀ ਹੈ, ਜਾਂ ਇਹ ਨਾਮ ਰੂਪ ਵਸਤੂ ਹੀ ਪ੍ਰਮਾਣ ਕਰ। ਕੇਦਾਰਾਇ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਹਰ ਕੇ ਨਾਮ ਕੋ ਆਧਾਰ, ਇਹ ਭਾਈ ਆਪਣੇ ਹਿਰਦੇ ਵਿੱਚ ਹਰੀ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲੈਣਾ ਕਰੋ। ਕਲ ਕਲੇਸ਼ ਨ ਕਛ ਵਿਆਪੈ, ਤਦੋਂ ਤੁਹਾਨੂੰ ਕਲਪਨਾ ਝਗੜੇ ਅਤੇ ਕਲੇਸ਼, ਜੋ ਵਿਦਵਾਨਾਂ ਨੇ 5 ਪ੍ਰਕਾਰ ਦੇ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖੇ ਨੇ, ਅਵਿਦਿਆ, ਅਸਮਤਾ, ਰਾਗ ਦਵੈਖ ਅਤੇ ਅਭਿਨਵੇਸ਼, ਇਹ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ 5 ਕਲੇਸ਼ ਦਰਜ ਕੀਤੇ ਨੇ। ਅਵਿਦਿਆ ਅਸਲੀਅਤ ਨਾ ਸਮਝਣੀ, ਉਲਟੀ ਸਮਝ। ਅਸਮਤਾ ਦੇਹ ਧਨ ਸੰਬੰਧੀ ਆਦਿਕ ਹੰਗਤਾ, ਜਾਂ ਕਿਸੇ ਨਾਲ ਸੰਗਤੀ ਨਾ ਹੋਣੀ। ਰਾਗ ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰਨਾ। ਦਵੈਖ ਬਿਨਾਂ ਕਾਰਨ ਤੋਂ ਕਿਸੇ ਨਾਲ ਈਰਖਾ ਪਾ ਲੈਣੀ। ਬੇਵਜ੍ਹਾ ਹੀ ਹੱਥ ਧੋ ਕੇ ਕਿਸੇ ਦੇ ਪਿੱਛੇ ਪੈ ਜਾਣਾ। ਅਭਿਨਵੇਸ਼ ਉਲਟਾ ਹੱਠ, ਭਾਵ ਨਾ ਕਰਨ ਯੋਗ ਕਰਮਾਂ ਨੂੰ ਜਾਣ ਕੇ ਵੀ ਹੱਠ ਨਾਲ ਉਹਨਾਂ ਵਿੱਚ ਮਨ ਲਾਉਣਾ ਅਤੇ ਮੌਤ ਤੋਂ ਡਰਨਾ। ਇਉਂ ਤੁਹਾਨੂੰ ਇਹ ਜਿਹੜੇ ਕਲੇਸ਼ ਦੁੱਖ ਆਦਿਕ ਤੇ ਕਲਪਨਾ ਤੇ ਝਗੜੇ ਕੁਛ ਵੀ ਨਹੀਂ ਵਿਆਪਣਗੇ, ਜੇਕਰ ਹਰ ਕੇ ਨਾਮ ਕੋ ਆਧਾਰ। ਇਹ ਭਾਈ ਆਪਣੇ ਹਿਰਦੇ ਵਿੱਚ ਤੁਸੀਂ ਹਰੀ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲੈਣਾ ਕਰੋਗੇ। ਸੰਤ ਸੰਗ ਵਿਵਹਾਰ, ਅਤੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰੋ। ਸੱਚ ਵਪਾਰ ਕਰੋ ਵਪਾਰੀ, ਦਰਗ ਹੈ ਨਿਭ ਹੈ ਖੇਪ ਤੁਮਾਰੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਕਾਰਨ ਗ੍ਰਹ ਆਪ ਰਾਖਿਓ, ਪਰਮੇਸ਼ਰ ਆਪਣੀ ਕਿਰਪਾ ਕਰਕੇ ਜਿਸ ਨੂੰ ਆਪ ਰੱਖ ਲੈਂਦਾ ਹੈ। ਨਹਿ ਉਪਜਤਉ ਬੇਕਾਰ, ਉਸ ਦੇ ਅੰਦਰ ਕਾਮ ਕ੍ਰੋਧ ਆਦਿਕ ਵਿਕਾਰ ਪੈਦਾ ਨਹੀਂ ਹੁੰਦੇ। ਭਾਵ ਨਿਰਵਿਕਾਰ ਜੀਵਨ ਹੋ ਜਾਂਦਾ ਹੈ ਉਸ ਦਾ। ਜਿਸ ਪ੍ਰਾਪਤ ਹੋਏ ਸਿਮਰੈ, ਇਸ ਮਨੁੱਖ ਨੂੰ ਗੁਰਾਂ ਦੁਆਰਾ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਜਾਂ ਪ੍ਰਾਪਤ ਹੋਣਾ ਲਿਖਿਆ ਹੋਇਆ ਹੈ, ਉਹੀ ਵਾਹਿਗੁਰੂ ਨਾਮ ਨੂੰ ਸਿਮਰਦਾ ਹੈ। ਤਿਸ ਦਹਿ ਤਨਹਿ ਸੰਸਾਰ, ਅਤੇ ਤਿਸ ਮਨੁੱਖ ਨੂੰ ਜਗਤ ਵਿਚਲੇ ਵਿਕਾਰ ਤ੍ਰਿਸ਼ਨ ਈਰਖਾ ਦੀ ਅੱਗ ਸਾੜ ਨਹੀਂ ਸਕਦੀ। ਸੁਖ ਮੰਗਲ ਆਨੰਦ ਹਰ ਹਰ,
ਵਾਲੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਹੀ ਮਨ ਕਰਕੇ ਸੁਖ, ਬਾਣੀ ਕਰਕੇ ਮੰਗਲ, ਖੁਸ਼ੀ ਅਤੇ ਸਰੀਰ ਕਰਕੇ ਆਨੰਦ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਸੁਖ ਮੰਗਲ ਆਨੰਦ ਹਰ ਹਰ। ਸੁਖ ਸਰੂਪ ਹਰ ਹਰ ਪਰਮਾਤਮਾ ਦੇ ਜਸ ਗਾਉਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ। ਪ੍ਰਭ ਚਰਨ ਅੰਮ੍ਰਿਤ ਸਾਰ। ਅਤੇ ਪਰਮਾਤਮਾ ਦੇ ਚਰਨਾਂ ਦਾ ਪਿਆਰ, ਧਿਆਨ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸ੍ਰੇਸ਼ਟ ਸਾਧਨ ਹੈ, ਜਾਂ ਅੰਮ੍ਰਿਤ ਤੋਂ ਵੀ ਸ੍ਰੇਸ਼ਟ ਹੈ। ਨਾਨਕ ਦਾਸ ਸਰਨਾਗਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮਾਤਮਾ, ਮੈਂ ਸੇਵਕ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ ਜੀ। ਤੇਰੇ ਸੰਤਨਾ ਕੀ ਛਾਰ। ਤੇਰੇ ਸੰਤ ਜਨਾਂ ਦੇ ਚਰਨਾਂ ਦੀ ਮੈਨੂੰ ਧੂੜੀ ਬਣਾਉਣਾ ਕਰ। ਤੇਰੇ ਸੰਤ ਜਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ। ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਕੇਦਾਰਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੇਦਾਰਾ ਰਾਗ ਵਿੱਚ ਪਾਵਨ ਸ਼ਬਦ ਉਚਾਰ ਰਹੇ ਹਨ। ਹਰ ਕੇ ਨਾਮ ਬਿਨ ਤ੍ਰਿਗ ਸਰੋਤਾ। ਇਹ ਭਾਈ ਹਰੀ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਿਨਾਂ ਕੰਨ ਵੀ ਤਿਰਕਾਰ ਯੋਗ ਹਨ। ਜੀਵਨ ਰੂਪ ਵਿਸਾਰ ਜੀਵ ਹੈ। ਜੋ ਮਨੁੱਖ ਜੀਵਨ ਨੂੰ ਪਰਮਾਤਮਾ ਨੂੰ ਭੁਲਾ ਕੇ ਜੀਵਨਾ ਕਰਦੇ ਹਨ, ਭਾਵ ਆਪਣੇ ਆਪ ਨੂੰ ਜਿਉਂਦੇ ਮੰਨਦੇ ਨੇ, ਦੇਹ ਕਤ ਜੀਵਨ ਹੋਤਾ। ਉਹਨਾਂ ਦਾ ਕਿਸ ਪ੍ਰਕਾਰ ਜਿਉਣਾ ਹੁੰਦਾ ਹੈ, ਭਾਵ ਉਹਨਾਂ ਦਾ ਜੀਵਨ ਵਿਅਰਥ ਅਤੇ ਤਿਰਕਾਰ ਯੋਗ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਖਾਤ ਪੀਤ ਅਨੇਕ ਬਿੰਜਨਾ। ਉਹ ਬੇਅੰਤ ਪ੍ਰਕਾਰ ਦੇ ਭੋਜਨ ਖਾਂਦੇ ਅਤੇ ਬੇਅੰਤ ਪ੍ਰਕਾਰ ਦੇ ਰਸ ਕਸ ਪੀਂਦੇ ਹਨ। ਜੈਸੇ ਭਾਰ ਬਾਹਕ ਖੋਤਾ। ਉਹ ਸਭ ਕੁਝ ਇਸ ਪ੍ਰਕਾਰ ਹੈ ਜਿਵੇਂ ਭਾਰੇ ਬੋਝ ਨੂੰ ਬਾਹਕ ਢੋਣ ਵਾਹੁਣ ਵਾਲਾ ਖੋਤਾ ਹੁੰਦਾ ਹੈ। ਅਰਥਾਤ ਜਿਵੇਂ ਘੁਮਿਆਰ ਨੇ ਭਾਰ ਢੋਣ ਵਾਸਤੇ ਖੋਤਾ ਰੱਖਿਆ ਹੁੰਦਾ ਹੈ, ਜਾਂ ਕਈ ਜੱਟਾਂ ਦੇ ਘਰ ਖੋਤੀਆਂ ਦੇ ਪੱਠੇ ਲਿਆਉਂਦੇ ਨੇ ਤੇ ਆਪ ਸੁੱਖ ਦੇ ਨਾਲ ਪੱਠਿਆਂ ਦੀ ਪੰਡ ਉੱਪਰ ਰੱਖ ਕੇ ਮਗਰ ਆਪ ਬੈਠ ਜਾਂਦੇ ਨੇ ਤੇ ਕੰਮਕਾਰ ਕਰਨ ਤੋਂ ਬਾਅਦ ਮੁੜ ਕੇ ਘੁਮਿਆਰ ਲੋਕ ਉਹਨੂੰ ਵਿਚਾਰੇ ਖੋਤੇ ਨੂੰ ਖਾਣ ਲਈ ਹਰਿਆ ਵੀ ਨਹੀਂ ਦਿੰਦੇ। ਤੇ ਜ਼ਿਮੀਂਦਾਰ ਭਰਾ ਵੀ ਇਹ ਸੋਚਦੇ ਵੀ ਇਹਨੇ ਕਿਹੜਾ ਦੁੱਧ ਦੇਣਾ, ਹਰਿਆ ਤਾਂ ਦੁਧਾਰੂ ਪਸ਼ੂਆਂ ਨੂੰ ਬਾਈਦਾ ਜਿਨ੍ਹਾਂ ਦੁੱਧ ਦੇਣਾ ਹੁੰਦਾ ਹੈ। ਇਹਦਾ ਕੀ ਹੈ, ਉਹਨੂੰ ਤੂੜੀ ਫੱਕ ਆਦਿਕ ਖੁਰਲੀ 'ਚ ਪਾ ਦਿੰਦੇ, ਜਾਂ ਇੰਨਾ ਵੀ ਨਹੀਂ ਸਰਦਾ, ਰੱਸਾ ਖੋਲ ਕੇ ਤੇ ਰੂੜੀਆਂ ਦੇ ਛੱਡ ਦਿੰਦੇ। ਉਹ ਹੀ ਕਰਦਾ, ਲੇਟੇ ਮਾਰੀ ਜਾਂਦਾ ਅਤੇ ਉੱਥੇ ਸੁੱਕਾ ਘਾਹ ਫੂਸ ਚੁਣ ਕੇ ਖਾਈ ਜਾਂਦਾ। ਇਸੇ ਪ੍ਰਕਾਰ ਖਾਤ ਪੀਤ ਅਨੇਕ ਬਿੰਜਨਾ। ਅਨੇਕ ਪ੍ਰਕਾਰ ਦੇ ਭੋਜਨ ਖਾਂਦੇ, ਬੇਅੰਤ ਪ੍ਰਕਾਰ ਦੇ ਰਸ ਕਸ ਪੀਂਦੇ ਜਿਹੜੇ ਸੰਬੰਧੀ ਹਨ। ਜੈਸੇ ਭਾਰ ਬਾਹਕ ਖੋਤਾ। ਇਸਤਰੀ ਪੁੱਤਰ ਆਦਿਕ ਘੁਮਿਆਰ ਦੀ ਤਰ੍ਹਾਂ ਨੇ ਦੇ ਸਾਡੇ ਵਰਗਿਆਂ ਨੂੰ ਉਹਨਾਂ ਨੇ ਖੋਤੇ ਰੱਖਿਆ ਹੋਇਆ, ਘਰ ਵਾਲਿਆਂ ਨੂੰ।
ਮਤਲਬ ਮਾਫ ਕਰਨਾ। ਭਾਰ ਚੁੱਕਣ ਲਈ ਅਨੇਕਾਂ ਪਦਾਰਥ ਲਿਆ ਕੇ, ਕਦੀ ਗੰਢੇ ਮੁੱਕ ਗਏ, ਕਦੀ ਆਲੂ ਮੁੱਕ ਗਏ, ਇਹੀ ਕੰਮ ਹੈ ਸਾਡਾ। ਆਹ ਚੀਜ਼ ਚਾਹੀਦੀ ਹੈ, ਉਹ ਚਾਹੀਦੀ ਹੈ। ਪੈਸਾ ਆਉਂਦਾ ਹੀ ਦਿਖਦਾ, ਜਾਣ ਲੱਗਿਆ ਪਤਾ ਨਹੀਂ ਲੱਗਦਾ। ਨਾਲੇ ਭਾਰ ਚੁੱਕ ਚੁੱਕ ਢੋਈ ਜਾਓ। ਅਨੇਕਾਂ ਪਦਾਰਥ ਲਿਆ ਕੇ ਅਸੀਂ ਲੋਕ ਆਪਦੇ ਘਰਦਿਆਂ ਨੂੰ ਦਿੰਦੇ ਹਾਂ। ਕੋਈ ਝੂਠ ਨਹੀਂ ਹੈ, ਰੀਅਲ ਸਟੋਰੀ ਹੈ। ਅਗਲੇ ਕਹਿੰਦੇ ਨੇ ਫਿਰ ਤੜਕਾ ਕਿਵੇਂ ਲੱਗੂਗਾ, ਤੁਸੀਂ ਵੀ ਤਾਂ ਰੋਟੀ ਖਾਣੀ ਹੈ। ਤੇ ਕਈ ਵਾਰ ਦੂਸਰਿਆਂ ਨੂੰ ਲਿਆ ਕੇ ਦੇ ਦਿੰਦਾ ਹੈ ਵੀ ਚੱਲ ਹੋ ਜਣੇ, ਆਪਾਂ ਤਾਂ ਖਾ ਲਿਆ, ਹੰਡਾ ਲਿਆ। ਉਹ ਨਿਆਣਿਓ ਖਾਓ ਤੁਸੀਂ। ਤੇ ਆਪ ਕਈ ਵਾਰ ਭੁੱਖਾ ਹੀ ਸੌਂ ਜਾਂਦਾ, ਕਿਉਂਕਿ ਬੰਦੇ ਤਾਂ ਲੇਟ ਹੀ ਕਰ ਜਾਂਦੇ ਨੇ, ਜਾਂਦਿਆਂ ਨੂੰ ਘਰ ਦੇ ਸੁੱਤੇ ਹੁੰਦੇ। ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਰਿੱਜ ਖੋਲ ਕੇ ਚੀਜ਼ ਵੀ ਲੱਭੋ, ਉਹ ਲੱਭਣੀ ਕੋਈ ਨਹੀਂ, ਕਿਉਂਕਿ ਆਪਦੇ ਹੱਥ ਨਾਲ ਨਹੀਂ ਰੱਖੀ। ਚਲੋ ਕੋਈ ਗੱਲ ਨਹੀਂ, ਸਵੇਰੇ ਸਹੀ। ਤੋ ਇਸੇ ਪ੍ਰਕਾਰ ਵਿਸ਼ਿਆਂ ਦੀ ਰੂੜੀ ਵਿੱਚ ਵਿਕਾਰ ਭੋਗਣ ਰੂਪ ਇਹ ਨਿਤ ਘਾਹ ਖਾਂਦਾ ਹੈ। ਇਸ ਨੂੰ ਹੋਰ ਕੋਈ ਕੰਮ ਨਹੀਂ ਹੈ। ਆਠ ਪਹਿਰ ਮਹਾ ਸ਼ਰਮ ਪਾਇਆ। ਜੀਵ ਅਠੇ ਪੈਰ ਭਾਵ ਰਾਤ ਦਿਨ ਆਪਦੇ ਧੀਆਂ ਪੁੱਤਰਾਂ ਘਰ ਵਾਲੀ ਦਾ ਪੇਟ ਪਾਲਣ ਲਈ ਬਹੁਤ ਥਕਾਵਟ ਨੂੰ ਪਾਉਣਾ ਕਰਦਾ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਮੈਂ ਵੇਖਿਆ 24 ਘੰਟਿਆਂ ਵਿੱਚੋਂ 16 ਘੰਟੇ ਬੰਦੇ ਕੰਮ ਕਰਦੇ ਨੇ। 16 ਘੰਟੇ। ਇਹ ਨਹੀਂ ਵੀ ਇਕੱਲੇ ਬੰਦੇ ਵੀ, ਘਰ ਵਾਲੀਆਂ ਵੀ ਨਾਲ ਹੀ, ਨਿਆਣੇ ਜੋ ਪਾਲਣੇ ਹੋਏ। ਸਕੂਲਾਂ 'ਚ ਤਾਂ ਕਈ ਵਾਰ ਸਰ ਜਾਂਦਾ। ਨਿਆਣੇ ਜਦੋਂ ਯੂਨੀਵਰਸਿਟੀਆਂ 'ਚ ਜਾਂਦੇ ਨੇ, ਕਾਲਜਾਂ 'ਚ ਜਾਂਦੇ ਨੇ, ਇਹ ਤਾਂ ਮੋਟੀ ਪੂੰਜੀ ਚਾਹੀਦੀ ਹੈ। ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ, ਉਹ ਖਰਚਾ ਕਿੱਥੋਂ ਪੂਰਾ ਕਰਨਾ। ਬੰਦਾ ਥੱਕੂਗਾ, ਹੱਡ ਭੰਨ ਕੇ ਮਿਹਨਤ ਕਰੇਗਾ ਤਾਂ ਹੀ ਕੁਛ ਬਣੇਗਾ, ਨਹੀਂ ਤਾਂ ਹਾਲ ਪੰਜਾਲੀ ਗੱਲ ਪਈ ਵੀ ਉੱਥੇ ਕਿਤੇ ਰਹਿੰਦਾ। ਇਉਂ ਥਕਾਵਟ ਨੂੰ ਪਾਉਣਾ ਕਰਦਾ ਹੈ। ਜੈਸੇ ਬਿਰਖ ਜੰਤੀ ਜੋਤਾਂ। ਜਿਵੇਂ ਬਲਦ ਜੰਤੀ ਯੰਤਰ ਕੋਲੂ ਅੱਗੇ ਜੋੜਿਆ ਹੁੰਦਾ ਹੈ, ਅੱਖਾਂ ਦੇ ਖੋਪੇ ਜੇ ਲਾ ਲੈਂਦੇ ਨੇ ਤੇ ਤੇਲੀ ਬਲਦ ਨੂੰ ਕੋਲੂ ਤੇ ਜੋੜ ਕੇ ਛੱਡ ਦਿੰਦਾ। ਉਹ ਟੱਲੀਆਂ ਜੀਆਂ ਖੜਕਾਉਂਦਾ, ਠੀਟਨੇ ਮਾਰਦਾ, ਭੱਜਾ ਫਿਰਦਾ, ਸੋਚਦਾ ਮੈਂ ਬੜੀ ਦੂਰ ਪਹੁੰਚ ਗਿਆ ਹੋਵਾਂਗਾ। ਪਰ ਕਬੀਰ ਸਾਹਿਬ ਜੀ ਵੀ ਕਹਿੰਦੇ, ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ। ਤੇਲੀ ਦੇ ਬਲਦ ਵਾਂਗ ਇਹ ਜੀਵ ਭਰਮਦਾ ਫਿਰਦਾ ਹੈ। ਇੰਜ ਗਤ ਬਿਨ ਰਹਿਣ ਬਹਈ ਹੈ। ਜਿਵੇਂ ਸਾਰੀ ਰਾਤ ਬਲਦ ਦੌੜਿਆ ਰਹਿੰਦਾ, ਪਰ ਜਦ ਉਹ ਖੋਪੇ ਜੇ ਉਤਰਦੇ ਨੇ ਵੇਖਦਾ ਮੈਂ ਤਾਂ ਉੱਥੇ ਹੀ ਖੜਾ ਹਾਂ। ਬਿਨਾਂ ਚਾਲ ਤੋਂ ਉੱਥੇ ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਇਸੇ ਪ੍ਰਕਾਰ ਆਠ ਪਹਿਰ ਮਹਾ ਸ਼ਰਮ ਪਾਇਆ। ਇਹ ਜੀਵ ਅਠੇ ਪੈਰ ਆਪਦੇ ਧੀਆਂ ਪੁੱਤਰਾਂ ਇਸਤਰੀ ਦਾ ਪੇਟ ਪਾਲਣ ਵਾਸਤੇ ਦੇਸ਼ ਛੋੜ, ਆਪਦਾ ਦੇਸ਼ ਛੱਡ ਕੇ ਪਰਦੇਸੇ ਧਾਇਆ। ਬਾਹਰਲੀਆਂ ਕੰਟਰੀਆਂ ਵਿੱਚ ਦੌੜ ਭੱਜ ਦਿਨ ਰਾਤ ਕੰਮ ਕਾਰ ਕਰਦਾ ਫਿਰਦਾ ਹੈ ਤੇ ਬੜਾ ਥੱਕ ਜਾਂਦਾ, ਹੰਭ ਜਾਂਦਾ ਹੈ। ਜੈਸੇ ਬਿਰਖ ਜੰਤੀ ਜੋਤਾਂ। ਇਹ ਜੀ ਰੂਪ ਬਲਦ ਇਸਤਰੀ ਪੁੱਤਰ ਆਦਿਕ ਰੂਪ ਤੇਲੀਆਂ ਦਾ ਪਦਾਰਥਾਂ ਰੂਪੀ ਕੋਲੂ ਨਾਲ ਜੋੜਿਆ ਹੋਇਆ ਹੈ। ਤਾਜ ਗੋਪਾਲ ਜਿਆਨ ਲਾਗੇ। ਪ੍ਰਿਥਵੀ ਦੇ ਪਾਲਕ ਪਰਮਾਤਮਾ ਨੂੰ ਛੱਡ ਕੇ ਜਿਹੜੇ ਮਨੁੱਖ ਹੋਰ ਪਦਾਰਥਾਂ ਦੇ ਮੋਹ ਵਿੱਚ, ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗੇ ਹੋਏ ਹਨ, ਸੇ ਬਹੁ ਪ੍ਰਕਾਰੀ ਰੋਤਾਂ। ਉਹ ਬਹੁਤ ਤਰ੍ਹਾਂ ਕਰਕੇ ਰੋਂਦੇ ਰਹਿੰਦੇ। ਭਾਵ ਕੰਮ ਕਰਦਾ ਵੀ ਬੰਦਾ, ਕਮਾਈ ਕਰਦਾ ਹੋਇਆ ਵੀ ਦੁਖੀ ਰਹਿੰਦਾ ਹੈ।
ਕਿ ਮੇਰਾ ਕਿਸੇ ਨੇ ਕੁਝ ਨਹੀਂ ਸੋਚਿਆ। ਮੈਂ ਆਪਦੇ ਧੀਆਂ ਪੁੱਤਰਾਂ ਦਾ ਪਰਿਵਾਰ ਦਾ ਇੰਨਾ ਕੁਛ ਬਣਾਇਆ, ਇਹ ਮੈਨੂੰ ਰੋਟੀ ਨਹੀਂ ਪੁੱਛਦੇ, ਪਾਣੀ ਨਹੀਂ ਪੁੱਛਦੇ। ਇੰਜ ਹੋਕੇ ਨਾਲ ਹੀ ਕਈਆਂ ਦੇ ਪ੍ਰਾਣ ਨਿਕਲ ਜਾਂਦੇ ਹਨ। ਘਰ ਜੋਰ ਨਾਨਕ ਦਾਨ ਮੰਗੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਇੰਝ ਬੇਨਤੀ ਕਰੋ ਕਿ ਇਹ ਪਰਮਾਤਮਾ, ਮੈਂ ਆਪਣੇ ਪ੍ਰਤੱਖ ਹੱਥ ਜਾਂ ਮਨ ਬੁੱਧ ਰੂਪ ਹੱਥ ਜੋੜ ਕੇ ਇਹੀ ਦਾਨ ਮੰਗਦਾ ਹਰ ਰੱਖੋ ਕੰਠ ਪਰੋਤਾ। ਇਹ ਹਰੀ, ਮੈਂ ਤੇਰੇ ਨਾਮ ਨੂੰ ਹਿਰਦੇ ਰੂਪ ਗਲ ਦੇ ਵਿੱਚ ਪ੍ਰੀਤੀ ਰੂਪ ਧਾਗੇ ਨਾਲ ਪਰੋ ਕੇ ਰੱਖਣਾ ਕਰਾਂ। ਕੇਦਾਰਾ ਮਹੱਲਾ ਪੰਜਵਾ। ਕੇਦਾਰਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੰਤ ਹੈ ਤੂਰਾ ਲੈ ਮੁਖ ਮਲੀ। ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਮੂੰਹ ਆਪਣੇ ਮਸਤਕ ਦੇ ਉੱਪਰ ਮਲੀ ਹੈ। ਗੁਣਾ ਅਚੁੱਤ ਸਦਾ ਪੂਰਾਨਾ। ਉਹ ਅਗੇੜ ਰੂਪ ਪਰਮਾਤਮਾ ਦੇ ਗੁਣ ਗਾ ਕੇ ਸਦਾ ਹਮੇਸ਼ਾ ਲਈ ਪੂਰਨ ਹੋ ਗਿਆ ਹੈ। ਇਸੇ ਪ੍ਰਕਾਰ ਗੁਣਾ ਅਚੁੱਤ ਸਦਾ ਪੂਰਨ। ਸਦਾ ਗੁਣਾ ਕਰਕੇ ਪੂਰਨ ਅਚੁੱਤ ਪ੍ਰਭੂ ਉਸ ਨੂੰ ਪ੍ਰਾਪਤ ਹੋਇਆ ਹੈ। ਨਹ ਦੁਖ ਵਿਆਪੈ ਕਾਲੇ। ਕਲੀ ਕਲਯੁਗ ਜਾਂ ਕਲੀ ਕਲਪਨਾ ਦੇ ਦੋਸ਼ ਵੀ ਉਹਨੂੰ ਨਹੀਂ ਵਿਆਪਦੇ। ਜਾਂ ਕਲੀ ਹਰੀ ਭਾਵ ਹਾਥੀ ਆਦਿਕ ਜੂਨਾਂ ਵਿੱਚ ਪੈਣ ਵਾਲੇ ਦੋਸ਼ ਵੀ ਨਹੀਂ ਲੱਗਦੇ। ਜਾਂ ਜਿਵੇਂ ਕਮਲ ਦੀ ਕਲੀ ਪਾਣੀ ਵਿੱਚ ਨਿਰਲੇਪ ਰਹਿੰਦੀ ਹੈ, ਇਸੇ ਪ੍ਰਕਾਰ ਉਹ ਪੁਰਖ ਸੰਸਾਰ ਦੇ ਪਦਾਰਥਾਂ ਨੂੰ ਪਾਣੀ ਤੋਂ ਨਿਰਲੇਪ ਰਹਿੰਦੇ ਨੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਨਾਨਕ ਨਾਮ ਵਖਾਣੇ। ਅਤੇ ਮਨ ਵਿਸ਼ੇਪ ਅਵਰਨ ਰੂਪ ਕੋਈ ਦੋਸ਼ ਨਹੀਂ ਲੱਗਦਾ ਹੈ। ਮਲ ਵਿਖੇਪ ਅਵਰਨ ਰੂਪ ਕੋਈ ਵੀ ਦੋਸ਼ ਉਹਨਾਂ ਨੂੰ ਨਹੀਂ ਲੱਗਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਗੁਰ ਬਚਨ ਕਾਰਜ ਸਰਬ ਪੂਰਨਾ। ਗੁਰਾਂ ਦੇ ਉਪਦੇਸ਼ ਨੂੰ ਮੰਨਣ ਕਰਕੇ ਉਸ ਦੇ ਵਿਵਹਾਰਕ ਅਤੇ ਪਰਮਾਰਥ ਆਦਿਕ ਦੇ ਸਾਰੇ ਕੰਮ ਪੂਰੇ ਹੋਏ ਹਨ। ਈਤ ਊਤ ਨਾ ਹਲੀ। ਅਤੇ ਉਸ ਦੇ ਚਿੱਤ ਦੀ ਬਿਰਤੀ ਇੱਧਰ ਉੱਧਰ ਪਦਾਰਥਾਂ ਵਿੱਚ, ਇਸ ਲੋਕ ਦੇ ਪਦਾਰਥ ਅਤੇ ਸਰਵਰਗ ਲੋਕ ਦੇ ਦਿਵ ਭੋਗਾਂ ਨੂੰ ਸੁਣ ਕੇ ਨਹੀਂ ਹਿੱਲਦੀ। ਸਦਾ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ ਰਹਿੰਦੀ ਹੈ। ਜਾਂ ਲੋਕ ਪਰਲੋਕ ਵਿੱਚ ਹਿੱਲਦਾ ਨਹੀਂ ਹੈ, ਭਾਵ ਜੰਮਣ ਮਰਨ ਦੇ ਵਿੱਚ ਨਹੀਂ ਜਾਂਦਾ। ਪ੍ਰਭ ਏਕ ਅਨਕ ਸਰਬਤ ਪੂਰਨਾ। ਜਿਸ ਨੇ ਸਾਰੇ ਥਾਵਾਂ ਦੇ ਵਿੱਚ ਅਨੇਕਾਂ ਜੀਵਾਂ ਅੰਦਰ ਇੱਕ ਪ੍ਰਭੂ ਪਰਮਾਤਮਾ ਨੂੰ ਵਿਆਪਕ ਜਾਣਿਆ ਹੈ। ਵੇਖੈ ਅਗਨ ਨਾ ਜਲੀ। ਉਸ ਦੀ ਬਿਰਤੀ ਉਸ ਦੀ ਬੁੱਧੀ ਵਿਸ਼ਿਆਂ ਦੀ ਅੱਗ ਦੇ ਵਿੱਚ ਸੜਦੀ ਨਹੀਂ ਹੈ। ਗਹਿ ਭੁਜਾ ਲੀਨੋ ਦਾਸ ਆਪਨੋ। ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਦਾਸ ਸੇਵਕ ਬਣਾ ਕੇ ਉਸ ਦੀ ਬਿਰਤੀ ਨੂੰ ਬਾਂਹ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ ਹੈ। ਜੋਤ ਜੋਤੀ ਰਲੀ। ਇਉਂ ਉਸ ਦੀ ਪਰਤਕ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੇ ਵਿੱਚ ਰਲ ਮਿਲ ਜਾਂਦੀ ਹੈ। ਪ੍ਰਭ ਚਰਨ ਸਰਨ ਅਨਾਥ ਆਇਓ।
ਇਉਂ ਬੇਨਤੀ ਕਰੀਏ ਕਿ ਹੇ ਪਰਮਾਤਮਾ, ਮੈਂ ਯਤੀਮ ਤੇਰੇ ਚਰਨਾਂ ਦੀ ਓਟ ਵਿੱਚ ਆਇਆ ਹਾਂ ਜੀ। ਨਾਨਕ ਹਰ ਸੰਗ ਚਲੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ, ਤੇਰੀ ਭਗਤੀ ਤੇਰੀ ਪ੍ਰੀਤੀ ਹੀ ਮੇਰੇ ਸੰਗ ਸਾਥ ਪਰਲੋਕ ਨੂੰ ਚੱਲਦੀ ਹੈ, ਚੱਲਣ ਵਾਲੀ ਹੈ। ਕੇਦਾਰਾ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੇਦਾਰਾ ਰਾਗ ਵਿੱਚ ਪਾਵਨ ਸ਼ਬਦ ਉਚਾਰ ਰਹੇ ਨੇ। ਹਰ ਕੇ ਨਾਮ ਬਿਨ ਤ੍ਰਿਗ ਸਰੋਤਾ। ਹਰ ਕੇ ਨਾਮ ਕੀ ਮਨ ਰੁਚੈ। ਜਿਸ ਪੁਰਖ ਨੂੰ ਹਰੀ ਪਰਮਾਤਮਾ ਦੇ ਨਾਮ ਦੀ ਹਿਰਦੇ ਵਿੱਚ ਰੁਚੀ ਪ੍ਰੀਤੀ ਚਾਹਣਾ ਹੈ। ਕੋਟ ਸ਼ਾਂਤ ਆਨੰਦ ਪੂਰਨ। ਉਸ ਦਾ ਹਿਰਦਾ ਕਰੋੜਾਂ ਹੀ ਸ਼ਾਂਤੀ ਆਦਿਕ ਗੁਣ ਅਤੇ ਆਨੰਦ ਸੁਖ ਨਾਲ ਪੂਰਨ ਲਬਾਲਬ ਭਰਿਆ ਹੋਇਆ ਹੈ। ਜਲਤ ਛਾਤੀ ਬੁਝੈ। ਸੋ ਉਹਦੀ ਜਿਹੜੀ ਛਾਤੀ ਹੈ ਤ੍ਰਿਸ਼ਨਾ ਦੀ ਅੱਗ ਕਰਕੇ ਸੜਦੀ ਪਈ ਸੀ, ਤੇ ਉਹ ਤ੍ਰਿਸ਼ਨਾ ਦੀ ਅੱਗ ਨਾਮ ਰੂਪ ਜਲ ਪੈਣ ਦੇ ਨਾਲ ਬੁਝ ਗਈ ਹੈ। ਇਸੇ ਪ੍ਰਕਾਰ ਕੋਟ ਸ਼ਾਂਤ ਆਨੰਦ ਪੂਰਨ। ਉਸ ਨੂੰ ਪੂਰਨ ਵਿਆਪਕ ਪ੍ਰਭੂ ਦਾ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਕਰੋੜਾਂ ਹੀ ਸ਼ਾਂਤੀ ਪ੍ਰਾਪਤ ਹੁੰਦੀਆਂ ਹਨ। ਜਲਤ ਛਾਤੀ ਬੁਝੈ। ਕਰੋੜਾਂ ਸ਼ਾਂਤੀ ਆਦਿਕ ਗੁਣ ਤੇ ਆਨੰਦ ਸੁਖ ਦੇ ਨਾਲ ਜੋ ਤ੍ਰਿਸ਼ਨਾ ਦੀ ਅੱਗ ਕਰਕੇ ਛਾਤੀ ਸੜਦੀ ਪਈ ਸੀ, ਉਹ ਅੱਗ ਨਾਮ ਰੂਪ ਜਲ ਪੈਣ ਕਰਕੇ ਬੁਝ ਗਈ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤ ਮਾਰਗ ਚਲਤ ਪ੍ਰਾਨੀ। ਜੋ ਪ੍ਰਾਣਾਧਾਰੀ ਜੀਵ ਸ਼ਾਂਤ ਚਿਤ ਮਹਾਤਮਾ ਜਨਮ ਹਲੇ ਭਗਤੀ ਸਹਿਤ ਗਿਆਨ ਦੇ ਰਸਤੇ ਉੱਪਰ ਚੱਲਦੇ ਹਨ। ਪਤਤ ਉਦਰੇ ਮੁਚੈ। ਉਹ ਬਹੁਤ ਸਾਰੇ ਪਾਪੀ ਪੁਰਖ ਵੀ ਤਰ ਗਏ ਨੇ, ਜਾਂ ਉਹਨਾਂ ਪਾਪੀ ਪੁਰਖਾਂ ਦੇ ਬੰਧਨ ਮੁੱਚੇ ਕੱਟੇ ਗਏ ਨੇ ਅਤੇ ਉਹ ਸੰਸਾਰ ਤੋਂ ਪਾਰ ਉਤਰ ਗਏ ਹਨ। ਰੇਨ ਜਨ ਕੀ ਲਗੀ ਮਸਤਕ। ਜਿਨ੍ਹਾਂ ਦੇ ਮੱਥੇ ਤੇ ਸੰਤ ਜਨਾਂ ਦੇ ਚਰਨਾਂ ਦੀ ਪ੍ਰਤੱਖ ਜਾਂ ਸ਼ਰਧਾ ਰੂਪ ਧੂੜੀ ਲੱਗੀ ਹੈ। ਅਨਕ ਤੀਰਥ ਸੁਚੈ। ਉਹ ਅਨੇਕਾਂ ਤੀਰਥਾਂ ਨੂੰ ਸੁੱਚਾ ਪਵਿੱਤਰ ਕਰਨ ਵਾਲੇ ਹੋਏ ਨੇ, ਜਾਂ ਉਹਨਾਂ ਨੂੰ ਅਨੇਕਾਂ ਤੀਰਥਾਂ ਦੀ ਪਵਿੱਤਰਤਾ ਪ੍ਰਾਪਤ ਹੋਈ ਹੈ। ਚਰਨ ਕਮਲ ਧਿਆਨ ਭੀਤਰ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਕਮਲਾਂ ਦਾ ਧਿਆਨ ਜੁੜਿਆ ਹੋਇਆ ਹੈ। ਘਟ ਘਟ ਹੈ ਸੁਆਮੀ ਸੁਜਾਇ। ਉਹਨਾਂ ਨੂੰ ਸਰੀਰਾਂ ਜਾਂ ਚਾਰੇ ਖਾਣੀਆਂ ਦੇ ਘਟਾ ਘਟਾਂ ਵਿੱਚ ਸੁਆਮੀ ਮਾਲਕ ਪ੍ਰਭੂ ਵਸਦਾ ਹੋਇਆ ਹੀ ਸੁਝਿਆ ਦਿਸ ਆਉਂਦਾ, ਪ੍ਰਗਟ ਹੋ ਆਉਂਦਾ ਹੈ। ਸਾਰਨ ਦੇਵ ਅਪਾਰ ਨਾਨਕ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਾਰਾਵਾਰ ਤੋਂ ਰਹਿਤ ਦੇਵ ਪੂਜਨੀਕ ਰਾਜਾ ਰੂਪ ਪਰਮਾਤਮਾ ਦੀ ਸ਼ਰਨ ਓਟ ਵਿੱਚ ਪਏ ਹਨ। ਬਹੁਰ ਜਮ ਨਹੀਂ ਲੁੱਜੈ। ਉਹਨਾਂ ਦੇ ਨਾਲ ਬਹੁਰ ਮੁੜ ਕੇ ਯਮਦੂਤ ਝਗੜਦੇ ਨਹੀਂ ਹਨ। ਕੇਦਾਰਾ ਸ਼ੰਤ ਮਹੱਲਾ ਪੰਜਵਾ। ਕੇਦਾਰਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਤ ਜਸ ਰੂਪ ਬਾਣੀ ਉਚਾਰਨ ਕਰਦੇ ਹਨ। ਏਕੋ ਓੰਕਾਰ ਇੱਕ ਅਦਵੈਤ ਸਰੂਪ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤ ਹੈ ਚਿਤ ਹੈ ਆਨੰਦ ਰੂਪ ਉਹ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਿਲ ਮੇਰੇ ਪ੍ਰੀਤਮ ਪਿਆਰਿਆ ਇਹ ਮੇਰੇ ਪ੍ਰੀਤਮ ਪਰਮ ਪ੍ਰੇਮ ਦੇ ਆਸਪਦ ਰੂਪ ਪਿਆਰੇ ਪ੍ਰਭੂ ਤੂੰ ਮੈਨੂੰ ਮਿਲਣਾ ਕਰ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ ਪੂਰ ਰਹਿਆ ਸਰਬਤਰ ਮੈਂ। हे ਪ੍ਰਭੂ ਤੂੰ ਸਾਰੀਆਂ ਥਾਵਾਂ ਵਿੱਚ ਪਰਿਪੂਰਨ ਵਿਆਪਕ ਹੋ ਰਿਹਾ ਹੈ। ਸੋ ਪੁਰਖ ਵਿਦਾਤਾ ਅਤੇ ਸੋ ਤੂੰ ਹੀ ਕਰਮ ਅਨੁਸਾਰ ਫਲ ਪ੍ਰਦਾਤਾ ਪੁਰਖ ਹੈ। ਯਾ ਸੋ ਤਤਪਦ ਦਾ ਲਖਰਥ ਰੂਪ ਪੁਰਖ ਪੁਰਸ਼ਾਰਥ ਦੇਣ ਵਾਲਾ ਅਤੇ ਕਰਮ ਅਨੁਸਾਰ ਫਲ ਪ੍ਰਦਾਤਾ ਹੈ। ਮਾਰਗ ਪ੍ਰਭ ਕਾ ਹਰ ਕੀਆ ਇਹ ਹਰੀ ਭਰੀ ਕਰਨ ਵਾਲੇ ਪ੍ਰਭੂ ਮੈਂ ਤੇਰੀ ਪ੍ਰਾਪਤੀ ਦਾ ਰਸਤਾ ਇਹ ਨਿਸ਼ਚੈ ਕੀਤਾ ਹੈ ਕਿ ਸੰਤਨ ਸੰਗ ਜਾਤਾ ਤੂੰ ਸ਼ਾਂਤ ਚਿਤ ਮਹਾਤਮਾ ਦੇ ਨਾਲ ਪਾਵਨਾਂ ਦੀ ਸੰਗਤ ਕਰਕੇ ਜਾਣਿਆ ਜਾਂਦਾ ਹੈ। ਜਾਂ ਤੇਰੀ ਭਗਤੀ ਸਹਿਤ ਗਿਆਨ ਦੇ ਰਸਤੇ ਨੂੰ ਸੰਤ ਜਨਾਂ ਦੀ ਸੰਗਤ ਕਰਕੇ ਹੀ ਜਾਣਿਆ ਹੈ। ਸੰਤਨ ਸੰਗ ਜਾਤਾ ਪੁਰਖ ਵਿਦਾਤਾ ਇਹ ਪੂਰਨ ਅਤੇ ਕਰਮ ਅਨੁਸਾਰ ਫਲ ਪ੍ਰਦਾਤਾ ਪ੍ਰਭੂ ਤੂੰ ਸ਼ਾਂਤ ਚਿਤ ਮਹਾਤਮਾ ਦੇ ਨਾਲ ਪਾਵਨਾਂ ਦੀ ਸੰਗਤ ਕਰਕੇ ਜਾਣਿਆ ਜਾਂਦਾ ਹੈ। ਘਟ ਘਟ ਨਦਰ ਨਿਹਾਲਿਆ ਗੁਰਮੁਖਾਂ ਨੇ ਤੈਨੂੰ ਸਰੀਰਾਂ ਵਿੱਚ ਜਾਂ ਚਾਰੇ ਖਾਣੀਆਂ ਦੇ ਘਟਾਂ ਵਿੱਚ ਨਦਰ ਦ੍ਰਿਸ਼ਟੀ ਕਰਕੇ ਵਿਆਪਕ ਦੇਖਣਾ ਕੀਤਾ ਹੈ। ਜੋ ਸਰਣੀ ਆਵੈ ਸਰਬ ਸੁਖ ਪਾਵੈ। ਇਹ ਪ੍ਰਭੂ ਜਿਹੜਾ ਵੀ ਮਨੁੱਖ ਤੇਰੀ ਓਟ ਵਿੱਚ ਆਉਂਦਾ ਹੈ ਉਹ ਲੋਕ ਪਰਲੋਕ ਦੇ ਸਾਰੇ ਸੁੱਖ ਪਾ ਲੈਂਦਾ ਹੈ। ਤਿਲ ਨਹੀਂ ਭੰਨੈ ਘਾਲਿਆ ਤੂੰ ਤਿਲ ਮਾਤਰ ਵੀ ਕਿਸੇ ਦੀ ਕਮਾਈ ਨੂੰ ਭੰਨਦਾ ਨਹੀਂ ਭਾਵ ਅਜਾਈ ਨਹੀਂ ਜਾਣ ਦਿੰਦਾ। ਹਰ ਗੁਣ ਨਿਤ ਗਾਏ ਸਹਿਜ ਸੁਭਾਏ ਇਹ ਗੁਣਾਂ ਦੇ ਸਮੁੰਦਰ ਪ੍ਰਭੂ ਜਿਸ ਨੇ ਤੈਨੂੰ ਸ਼ਾਂਤੀ ਸੁਭਾਅ ਧਾਰ ਕੇ ਗਾਉਣਾ ਕੀਤਾ ਹੈ। ਪ੍ਰੇਮ ਮਹਾਰਸ ਮਾਤਾ ਉਹ ਤੇਰੇ ਨਾਲ ਪਿਆਰ ਕਰਕੇ ਵੱਡੇ ਬ੍ਰਹਮਾਨੰਦ ਰੂਪੀ ਜਸ ਦੇ ਵਿੱਚ ਬ੍ਰਹਮਾਨੰਦ ਰੂਪ ਰਸ ਦੇ ਵਿੱਚ ਮਸਤ ਹੋ ਜਾਂਦਾ ਹੈ। ਨਾਨਕ ਦਾਸ ਤੇਰੀ ਸਰਣਾਈ ਸਤਿਗੁਰੂ ਜੀ ਕਥਨ ਕਰਦੇ ਨੇ ਕਿ हे ਪ੍ਰਭੂ ਅਸੀਂ ਦਾਸ ਅਸੀਂ ਸੇਵਕ ਤੇਰੀ ਸ਼ਰਨ ਵਿੱਚ ਆਏ ਹਾਂ। ਤੂੰ ਪੂਰਨ ਪੁਰਖ ਵਿਦਾਤਾ ਤੂੰ ਪੁਰਖਾਰਥ ਦੇਣ ਵਾਲਾ ਤੇ ਕਰਮ ਅਨੁਸਾਰ ਫਲ ਪ੍ਰਦਾਤਾ ਹੈ। ਹਰ ਪ੍ਰੇਮ ਭਗਤ ਜਨ ਵਿਧਿਆ ਜਿਨ੍ਹਾਂ ਪੁਰਖਾਂ ਦਾ ਮਨ ਹਰੀ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਬੰਨਿਆ ਗਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨੀਆ ਰਾਮ ਰਾਜੇ ਸੇ ਆਨ ਕਤ ਜਾਹੇ ਹਰ ਚਰਨ ਕਮਲ ਮਨ ਬੇਦਿਆ ਸੋ
ਜਿਨ੍ਹਾਂ ਦਾ ਪ੍ਰੇਮਾ ਭਗਤੀ ਚਰਨਾਂ ਦੇ ਵਿੱਚ ਮਨ ਮੰਨਿਆ ਗਿਆ, ਉਹ ਪ੍ਰਭੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ। ਅਰਥਾਤ ਉਹਨਾਂ ਦਾ ਜੂਨਾਂ ਵਿੱਚ ਆਉਣਾ ਜਾਣਾ ਮੁੱਕ ਗਿਆ। ਕਤ ਕਿੱਥੇ ਜਾਂਦੇ ਨੇ? ਕਿਤੇ ਵੀ ਨਹੀਂ ਜਾਂਦੇ। ਉਹ ਧਰੂ ਅਟਲ ਅਜਹੂ ਨਾ ਟਰਿਓ, ਭਗਤੀ ਕਰਕੇ ਅਟਲ ਹੋ ਜਾਂਦੇ ਹਨ। ਧਰੂ ਤਾਰੇ ਦੇ ਸਾਰੇ ਹੀ ਚੱਕਰ ਕੱਟਦੇ ਨੇ। ਸਭ ਤਾਰੇ ਮੰਗਲ ਕੀ ਧਰਤੀ ਚੰਦਰਮਾ ਸੂਰਜ ਸਭ ਘੁੰਮਦੇ ਪਾਉਂਦੇ ਨੇ, ਪਰ ਇੱਕ ਧਰੂ ਤਾਰਾ ਅਚਲ ਹੈ। ਭਗਤੀ ਜੋ ਕੀਤੀ ਹੈ ਉਹ ਅਚਲ ਹੋ ਗਏ ਹਨ। ਮੀਨ ਬਿਛੋਹਾ ਨਾ ਸਹਾਇ, ਜਿਵੇਂ ਮੱਛੀ ਜਲ ਦਾ ਵਿਛੋੜਾ ਨਹੀਂ ਸਹਾਰ ਸਕਦੀ, ਜਲ ਬਿਨ ਮਰ ਪਾਹੀ। ਜਿਹੜੀ ਮੱਛੀ ਹੈ ਉਹ ਪਾਣੀ ਤੋਂ ਬਗੈਰ ਮਰਨਾ ਪਾਉਂਦੀ ਹੈ। ਇਸੇ ਪ੍ਰਕਾਰ ਮੀਨ ਬਿਛੋਹਾ ਨਾ ਸਹਾਇ, ਸਾਡੀ ਬੁੱਧ ਰੂਪ ਮੱਛੀ ਪ੍ਰਭੂ ਦਾ ਵਿਛੋੜਾ ਨਹੀਂ ਸਹਾਰ ਸਕਦੀ। ਜਲ ਬਿਨ ਮਰ ਪਾਹੀ, ਉਹ ਪ੍ਰਭੂ ਦੇ ਨਾਮ ਰੂਪ ਜਲ ਤੋਂ ਬਿਨਾਂ ਮਰਨਾ ਪਾਉਂਦੀ ਹੈ। ਹਰ ਬਿਨ ਕਿਉ ਰਹੀਐ, ਇਹ ਭਾਈ ਹਰੀ ਪਰਮਾਤਮਾ ਤੋਂ ਬਿਨਾਂ ਅਸੀਂ ਕਿਵੇਂ ਰਹਿ ਸਕਦੇ ਹਾਂ? ਰੋਟੀ ਮਿਲੇ ਨਾ ਮਿਲੇ, ਪਰ ਕਥਾ ਦਾ ਟਾਈਮ ਜ਼ਰੂਰ ਮਿਲਣਾ ਚਾਹੀਦਾ। ਇਹ ਜਿਹੜੇ ਪ੍ਰਚਾਰਕ ਨੇ, ਕਥਾਵਾਚਕ ਨੇ, ਉਹਨਾਂ ਦਾ ਸੁਭਾਅ ਹੁੰਦਾ ਵੀ ਪਾਣੀ ਕੋਈ ਪੁੱਛੇ ਨਾ ਪੁੱਛੇ ਤੇ ਪਰ ਕਥਾ ਤੋਂ ਬਗੈਰ ਚੈਨ ਨਹੀਂ ਆਉਂਦਾ। ਇਉਂ ਜਿਹੜੇ ਕੀਰਤਨੀਏ ਨੇ, ਢਾਡੀ ਆਦਿਕ ਗੁਰੂ ਘਰ ਦੇ ਸੇਵਾਦਾਰ ਨੇ, ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ। ਤੇ ਬਾਕੀ ਖਾਣਾ ਪੀਣਾ, ਬਾਕੀ ਕੰਮ ਬਾਅਦ ਦੇ ਵਿੱਚ। ਜੇ ਮਹਾਰਾਜ ਦੀ ਕਿਰਪਾ ਹੋ ਜਾਏ, ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ਣ, ਫਿਰ ਹੋਰ ਕੀ ਚਾਹੀਦਾ ਹੈ। ਤੇ ਇਸ ਲਈ ਗੁਰਦੁਆਰੇ ਤੋਂ ਬਗੈਰ ਸਾਡੀ ਜਗ੍ਹਾ ਹੀ ਕੋਈ ਨਹੀਂ। ਬੰਦਾ ਕਿੱਥੇ ਜਾਊਗਾ? ਦਿਲ ਹੀ ਨਹੀਂ ਲੱਗਦਾ। ਤੋ ਮਹਾਰਾਜ ਸੱਚੀ ਗੱਲ ਹੈ ਵੀ ਤੇਰੇ ਤੋਂ ਬਗੈਰ ਤੂੰ ਦੱਸ ਅਸੀਂ ਕਿਵੇਂ ਰਹਿ ਸਕਦੇ ਹਾਂ। ਜਿਹੜਾ ਬੱਚਾ ਹੁੰਦਾ ਹੈ, ਚੰਗਾ ਭਲਾ ਮੇਲਾ ਲੱਗਾ ਹੁੰਦਾ, ਚਾਹ ਪਕੌੜੇ ਬੜਾ ਕੁਛ ਉੱਥੇ ਵਰਤਦਾ। ਜੇ ਤਾਂ ਮਾਂ ਨਾਲ ਹੈ ਫੇਰ ਤਾਂ ਜਾਣ ਬੁੱਝ ਕੇ ਸੱਜੇ ਖੱਬੇ ਭੱਜੂਗਾ, ਖਾਣ ਪੀਣ ਵਿੱਚ ਮਸਤੀ ਮਾਰੂ, ਖੇਡੂਗਾ। ਤੇ ਜੇ ਰੱਬ ਨਾ ਕਰੇ ਉਹ ਮਾਂ ਤੋਂ ਵਿਛੜ ਗਿਆ, ਗਵਾਚ ਗਿਆ, ਮੁੜ ਕੇ ਕਿੱਥੇ ਆਈਸਕ੍ਰੀਮਾਂ, ਫੇਰ ਨਹੀਂ ਕੁਛ ਵੀ ਚੰਗਾ ਲੱਗਦਾ। ਤੇ ਇਸ ਵਾਸਤੇ ਮਾਂ ਦੇ ਨਾਲ ਹੀ ਸਾਰੀਆਂ ਗੱਲਾਂ ਬਾਤਾਂ ਨੇ। ਜਦੋਂ ਵਿਛੜ ਗਏ ਉਦੋਂ ਜਿਹੜੇ ਪਦਾਰਥ ਨੇ ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਬੰਦਾ ਦੁਖੀ ਹੋ ਕੇ ਰੋਂਦਾ, ਇਹ ਮਹਾਰਾਜ ਇਹ ਦੁਨੀਆ ਸਾਡੇ ਕਿਸ ਕੰਮ ਹੈ? ਤੇਰੇ ਤੋਂ ਬਗੈਰ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰ ਵੇਖੋ, ਜਿਨ੍ਹਾਂ ਦਾ ਇਹ ਸ਼ਬਦ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤ, ਮੋਹਿ ਰਹਿ ਨ ਵਿਹਾਵੈ ਨੀਂਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਸਾਡੀ ਇੱਕ ਕਾਣੀ ਕੌਡੀ ਵੀ ਕੀਮਤ ਨਹੀਂ। ਤੇ ਤੇਰੇ ਚਰਨਾਂ 'ਚ ਤੇ ਭਾਵੇਂ ਕੋਈ 10 ਲੱਖ ਤੇ ਕਰੋੜ ਰੁਪਈਆ ਰੱਖਦੇ, ਉਹ ਵੀ ਥੋੜਾ ਹੈ। ਇੰਨਾ ਮੁੱਲ ਪੈ ਜਾਂਦਾ। ਜਿਵੇਂ ਜਿਹੜੇ ਸਾਧ ਸੰਗਤ ਜੀ ਉਹ ਤਾਰੇ ਨੇ, ਤਾਰੇ ਉਹ ਸੂਰਜ ਦੇ ਪ੍ਰਕਾਸ਼ ਦੇ ਨਾਲ ਹੀ ਚਮਕਦੇ ਨੇ। ਜੇ ਕੋਈ ਚਮਕਾਰਾ ਮਾੜਾ ਮੋਟਾ ਹੈ ਤੇ ਉਹ ਸੂਰਜ ਦੀ ਕਿਰਪਾ ਨਾਲ ਹੀ ਹੈ। ਜੇ ਸੂਰਜ ਪ੍ਰਕਾਸ਼ ਨਾ ਦੇਵੇ ਤਾਰੇ ਚਮਕਣ ਕਿੱਥੋਂ? ਜਿੰਨਾ ਚਿਰ ਸੂਰਜ ਦੇ ਕੋਲ ਰਹਿੰਦੇ ਨੇ ਉਹਨਾਂ ਚਿਰ ਤਾਂ ਉਹਨਾਂ ਦਾ ਪ੍ਰਕਾਸ਼ ਨਿੰਮਾ ਰਹਿੰਦਾ, ਪਰ ਹੁੰਦੀ ਸੂਰਜ ਦੀ ਕਿਰਪਾ ਹੀ ਹੈ। ਜਦ ਸੂਰਜ ਅਸਤ ਹੋ ਜਾਂਦਾ ਫੇਰ ਤਾਰੇ ਇਉਂ ਚਮਕਦੇ ਜਿਸ ਤਰ੍ਹਾਂ ਉਹ ਆਪ ਹੀ ਸੂਰਜ ਹੋਣ। ਇਉਂ
हे महाराज, तेरी बाणी दा ही सारा तेज प्रताप है। ਦੁਖ ਕਿਨ ਸਹੀਆ दुख नो किंज सहार न करिए, संसार दे दोखी बहुत ज्यादा ने। ਚਾਤ੍ਰਿਕ ਬੂੰਦ ਪਿਆਸਿਆ ਭਾਵ ਦੁੱਖ ਸਹਾਰੇ ਨਹੀਂ ਜਾਂਦੇ। ਜਿਵੇਂ ਬਬੀਆ ਸਵਾਂਤੀ ਬੂਹ ਦਾ ਪਿਆਸਾ ਹੁੰਦਾ, ਇਉਂ ਸਾਡਾ ਚੇਤਰੂ ਬਬੀਆ ਪ੍ਰਭੂ ਦੇ ਨਾਮ ਰੂਪ ਦਰਸ਼ਨ ਰੂਪ ਸਵਾਂਤੀ ਬੂਹ ਦਾ ਪਿਆਸਾ ਹੈ। ਕਬ ਰੈਨ ਬਿਹਾਵੈ ਜਿਵੇਂ ਚੱਕਵੀ ਕਹਿੰਦੀ ਹੈ ਕਿ ਕਦੋਂ ਇਹ ਰਾਤ ਬਤੀਤ ਹੋਵੇ ਤੇ ਮੈਂ ਆਪਦੇ ਪਤੀ ਚੱਕਵੇ ਨੂੰ ਦੇਖ ਕੇ ਚੱਕਵੀ ਸੁਖ ਪਾਵੈ ਚੱਕਵੀ ਕਹਿੰਦੀ ਹੈ ਕਿ ਮੈਂ ਚੱਕਵੇ ਨੂੰ ਵੇਖ ਕੇ ਸੁਖ ਪਾਉਣਾ ਕਰਾਂ। ਸੂਰਜ ਕਿਰਨ ਪਰਗਾਸਿਆ ਇਸ ਲਈ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਹੋਵੇ ਕਦੋਂ ਦਿਨ ਚੜ੍ਹੇ, ਇਸੇ ਪ੍ਰਕਾਰ ਕਬ ਰੈਨ ਬਿਹਾਵੈ ਚੱਕਵੀ ਦੀ ਤਰ੍ਹਾਂ ਨੇ ਜਗਿਆਸੋ ਕਹਿੰਦੇ ਨੇ ਕਿ ਕਦੋਂ ਮੇਰੀ ਅਵਿਦਿਆ ਰੂਪ ਰਾਤ ਬਤੀਤ ਹੋਵੇਗੀ। ਚੱਕਵੀ ਸੁਖ ਪਾਵੈ ਤੇ ਜਿਹੜੀ ਜਗਿਆ ਸਰੂਪ ਚੱਕਵੀ ਹੈ ਉਹ ਕਹਿੰਦੀ ਹੈ ਮੈਂ ਬ੍ਰਹਮ ਰੂਪ ਚੱਕਵੇ ਨੂੰ ਮਿਲ ਕੇ ਕਦੋਂ ਆਨੰਦ ਪਾਵਾਂਗਾ। ਸੂਰਜ ਕਿਰਨ ਪਰਗਾਸਿਆ ਇਸ ਲਈ ਗੁਰੂ ਰੂਪ ਸੂਰਜ ਆਪਣੀਆਂ ਉਪਦੇਸ਼ ਰੂਪ ਕਿਰਨਾਂ ਦਾ ਮੇਰੇ ਤੇ ਕਦੋਂ ਪ੍ਰਕਾਸ਼ ਕਰਨਗੇ, ਉਹ ਕਦ ਦਿਨ ਆਵੇਗਾ ਜੈ ਗਿਆਨ ਪ੍ਰਕਾਸ਼ ਅਗਿਆਨ ਮੰਡੰਤ। ਹਰ ਦਰਸ ਮਨ ਲਾਗਾ ਜਿਸ ਦਿਨ ਪਰਮਾਤਮਾ ਦੇ ਦਰਸ਼ਨਾਂ ਦੇ ਵਿੱਚ ਮੇਰਾ ਹਿਰਦਾ ਲੱਗਿਆ ਭਾਵ ਜੁੜਿਆ, ਦਿਨ ਸੁਭਾਗਾ ਉਹ ਦਿਨ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ। ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੁ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ। ਹਣ ਦਿਨ ਹਰ ਗੁਣ ਗਾਹੀ ਇਸ ਲਈ ਹੁਣ ਅਸੀਂ ਦਿਨ ਰਾਤ ਹਰੀ ਪਰਮਾਤਮਾ ਦੇ ਗੁਣ ਗਾਉਣਾ ਕਰਦੇ ਹਾਂ ਜਾਂ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ। ਨਾਨਕ ਦਾਸ ਕਹੈ ਬੇਨੰਤੀ ਦਾਸਾ ਭਾਵ ਧਾਰ ਕੇ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ। ਕਤ ਹਰ ਬਿਨ ਪ੍ਰਾਣ ਟਿਕਾਹੀ ਕਿ ਹਰੀ ਪ੍ਰਮਾਤਮਾ ਤੋਂ ਬਿਨਾ ਸਾਡੇ ਪ੍ਰਾਣ ਕਿਸ ਪ੍ਰਕਾਰ ਟਿਕ ਸਕਦੇ, ਭਾਵ ਨਹੀਂ ਟਿਕ ਸਕਦੇ। ਸਾਸ ਬਿਨਾ ਜਿਉ ਦਿਉ ਹੋਰੀ ਜਿਵੇਂ ਸਵਾਸਾਂ ਪ੍ਰਾਣਾਂ ਤੋਂ ਬਿਨਾ ਇਹ ਜਿਹੜੀ ਦੇਹੀ ਹੈ ਕਤ ਸੋਭਾ ਪਾਵੈ ਕਿੱਥੇ ਸ਼ੋਭਾ ਪਾਉਂਦੀ, ਭਾਵ ਕੋਈ ਸ਼ੋਭਾ ਨਹੀਂ ਪਾ ਸਕਦੀ। ਦਰਸ ਬਿਹੁਨਾ ਸਾਧ ਜਨ ਇਸੇ ਪ੍ਰਕਾਰ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾ ਜਿਹੜੇ ਸਾਧੂ ਮਹਾਤਮਾ ਜਨ ਹਨ ਖਿਨ ਟਿਕਣ ਨ ਆਵੈ ਇੱਕ ਛਿਨ ਮਾਤਰ ਵੀ ਅਸਥਿਤ ਹੋਣ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਚੈਨ ਨਹੀਂ ਆਉਂਦਾ। ਜੇ ਧਰਤੀ ਸਭ ਕੰਚਨ ਕਰ ਦੀਜੈ, ਵੈਰਾਗੀ ਸੰਤਾਂ ਮਹਾਤਮਾ ਨੂੰ ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਕੇ ਦਿਖਾ ਦਿਓ, ਪਰ ਬਿਨ ਨਾਮੈ ਅਵਰ ਨ ਪਾਇਆ ਨਾਮ। ਹਰੀ ਤੋਂ ਬਗੈਰ ਉਹਨਾਂ ਨੂੰ ਕੁਝ ਹੋਰ ਚੰਗਾ ਨਹੀਂ ਲੱਗਦਾ। ਸਾਧ ਸੰਗਤ ਜੀਓ, ਇਹ ਆਪ ਦੀ ਮਰਜ਼ੀ ਨਾਲ ਨਹੀਂ ਕੁਛ ਵੀ ਹੁੰਦਾ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਅਵਸਥਾ ਬਣਦੀ ਹੈ। ਇਹ ਅਵਸਥਾ ਬਹੁਤ ਉੱਚੀ ਹੈ, ਰੱਬ ਦੀ ਕਿਰਪਾ ਤੋਂ ਬਗੈਰ ਨਹੀਂ ਬਣ ਸਕਦੀ ਹੈ। ਯਤਨ ਦੇ ਨਾਲ ਜੇ ਬੰਦਾ ਸੋਚੇ ਕਿ ਮੈਂ ਇੰਜ ਕਰਾਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਹਰ ਬਿਨ ਜੋ ਰਹਿਣਾ ਇੱਕ ਅਵਸਥਾ ਹੈ ਕਿ ਪਰਮਾਤਮਾ ਤੋਂ ਬਿਨਾ ਜਿਹੜਾ ਰਹਿਣਾ ਹੈ, ਜਿਉਣਾ ਹੈ। ਇਹ ਅਵਸਥਾ ਸੀ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ।
ਜਿਹੜੇ ਉੱਚ ਕੋਟੀ ਦੇ ਪੰਜਾਬੀ ਦੇ ਰਾਈਟਰ ਸਨ ਪਰ ਵੈਰਾਗੀ ਸਨ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ, ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ, ਬਾਬਾ ਜਰਨੈਲ ਸਿੰਘ ਸਾਹਿਬ ਜੀ, ਬੜਿਆਂ ਲੋਕਾਂ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਵੀ ਕਰੋੜ ਰੁਪਈਆ ਲੈ ਲਓ, ਪਰ ਇਹ ਗੱਲ ਕਹਿਣੀ ਬੰਦ ਕਰ ਦਿਓ ਕਿ ਸਿੱਖੋ ਤੁਸੀਂ ਗੁਲਾਮ ਹੋ। ਮਹਾਂਪੁਰਖ ਕਹਿੰਦੇ ਨਹੀਂ ਬਾਈ, ਪੈਸਾ ਕੀ ਆਪਾਂ ਕਰਨਾ। ਇੰਜ ਜਿਹੜੇ ਖਰੀਦੇ ਨਹੀਂ ਜਾਂਦੇ ਫਿਰ ਉਹਨਾਂ ਦੀਆਂ ਤਸਵੀਰਾਂ ਮੁੱਲ ਵਿਕਦੀਆਂ ਹਨ। ਨਰਕ ਸੁਸਹਿਣਾ, ਜਿਹੜਾ ਪਰਮਾਤਮਾ ਤੋਂ ਬਿਨਾਂ ਰਹਿਣਾ ਹੈ, ਜਿਉਣਾ ਹੈ, ਉਹ ਨਰਕ ਸਹਾਰਨ ਦੇ ਬਰਾਬਰ ਹੈ। ਛੋਟੇ ਛੋਟੇ ਮਹਾਰਾਜ ਦੇ ਸਾਹਿਬਜ਼ਾਦੇ ਸੀਗੇ, ਆਖਿਆ ਤੁਹਾਡੇ ਲਾਲਚਾਂ ਦੇ ਉੱਪਰ ਸਾਡੇ ਪੈਰ ਦੀ ਜੁੱਤੀ ਠਾ ਕਰਕੇ ਪੈਰ ਧਰਤੀ ਤੇ ਮਾਰਿਆ। ਆ ਵੇਖ ਤੇਰੀ ਨਵਾਬੀ ਤੇ ਸਾਡੀ ਜੁੱਤੀ, ਓਏ ਤੂੰ ਕੀ ਸਾਨੂੰ ਸਮਝਿਆ, ਸਾਨੂੰ ਨਿਆਣੇ ਸਮਝਿਆ ਵੀ ਅਸੀਂ ਤੇਰੇ ਲਾਲਚ ਵਿੱਚ ਆ ਕੇ ਸਿੱਖੀ ਤਿਆਗ ਦਿਆਂਗੇ। ਸਾਡੇ ਪਰਦਾਦੇ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿ ਗਏ। ਸ੍ਰੀ ਗੁਰੂ ਤੇਗ ਬਹਾਦਰ ਦਾਦਾ ਜੀ ਨੇ ਸੀਸ ਬਲੀਦਾਨ ਦਿੱਤਾ। ਸਾਡਾ ਪਿਓ ਨਹੀਂ ਕਿਸੇ ਦੇ ਕੋਲੋਂ ਖਰੀਦਿਆ ਗਿਆ, ਤੂੰ ਸਾਨੂੰ ਕਿਵੇਂ ਕਾਬੂ ਕਰ ਲਏਗਾ ਓਏ, ਆਪਾਂ ਨਹੀਂ ਤੇਰੇ ਕੋਲੋਂ ਕੁਛ ਵੀ ਲੈਣਾ। ਅੱਜ ਕੱਲ੍ਹ ਵੀ ਇਹੀ ਕੰਮ ਚੱਲ ਰਿਹਾ। ਕੈਨੇਡਾ ਦੇ ਵਿੱਚ ਵੀ ਮੈਂ ਵੇਖਿਆ ਜਿਹੜੇ ਰੈੱਡ ਇੰਡੀਅਨ ਨੇ, ਉੱਥੋਂ ਦੇ ਮੂਲ ਆਦਿਵਾਸੀ, ਗੌਰਮੈਂਟ ਨੇ ਉਹਨਾਂ ਨੂੰ ਸਭ ਕੁਝ ਫ੍ਰੀ ਕੀਤਾ ਹੋਇਆ। ਮਤਲਬ ਸ਼ਰਾਬ ਦੀ ਪੂਰੀ ਪੇਟੀ, ਆਲਾ ਕਿਸਮ ਦੀ ਬੀਅਰ, ਸ਼ਰਾਬ ਉਹਨਾਂ ਨੂੰ ਫ੍ਰੀ ਖਾਤੇ ਪਹੁੰਚਾ ਦਿੰਦੇ ਵੀ ਇਹ ਪੀਂਦੇ ਰਹਿਣ ਤੇ ਸੁੱਤੇ ਰਹਿਣ। ਇਹਨਾਂ ਨੂੰ ਸੋਚਣ ਦਾ ਮੌਕਾ ਹੀ ਨਾ ਮਿਲੇ ਵੀ ਕੈਨੇਡਾ ਦੇਸ਼ ਸਾਡੀ ਧਰਤੀ ਹੈ। ਕਬਜ਼ਾ ਕੀਤਾ ਹੋਇਆ ਗੋਰਿਆਂ ਨੇ, ਹੋਰ ਨਾ ਕਮਿਊਨਿਟੀ ਵਾਲਿਆਂ ਨੇ। ਮਤਲਬ ਜਿਸ ਬੰਦੇ ਨੂੰ ਤੁਸੀਂ ਖਰੀਦਣਾ ਹੈ ਉਹਨੂੰ ਖਾਣਾ ਪੀਣਾ ਫ੍ਰੀ ਦੇ ਦਿਓ, ਖਾਸ ਕਰਕੇ ਨਸ਼ੇ ਪੱਤੇ। ਇਹੀ ਕੁਛ ਪੰਜਾਬ ਦੇ ਵਿੱਚ ਹੈ। ਤੇ ਮੈਂ ਗੱਲ ਵੇਖੀ ਹੈ ਵੀ ਜਿਹੜਾ ਫ੍ਰੀ ਹੁੰਦਾ ਹੈ ਉਹ ਫ੍ਰੀ ਨਹੀਂ ਹੁੰਦਾ ਹੈ, ਦੇਣ ਵਾਲੇ ਦੀ ਮਨਸਾ ਹੁੰਦੀ ਹੈ। ਕਾਹਦੀ ਮਨਸਾ? ਮੱਝ ਨੂੰ ਚੋਣਾ ਹੋਵੇ ਤੇ ਉਹਨੂੰ ਫੀਡ ਪਾਈ ਦੀ ਹੈ, ਚੰਗਾ ਸੋਹਣਾ ਬੜਾ ਖਾਣਾ ਦੇਣਾ ਪਾਈ ਦਾ। ਤੋਤਿਆਂ ਨੂੰ ਪਿੰਜਰੇ 'ਚ ਪਾਉਣਾ ਹੋਵੇ ਤੇ ਕਾਬੂ ਕਰਨ ਲਈ ਕੁਛ ਨਾ ਕੁਛ ਤਾਂ ਉਹਨਾਂ ਨੂੰ ਪਾਉਣਾ ਪਊਗਾ। ਤੋ ਇੰਜ ਗੁਲਾਮੀ ਦੀ ਨਿਸ਼ਾਨੀ ਹੈ ਜਿਹੜਾ ਫ੍ਰੀ ਖਾਣਾ ਹੈ। ਜਿਹੜਾ ਕੰਮ ਕਰਕੇ ਖਾਣਾ ਇਹ ਆਜ਼ਾਦੀ ਹੈ। ਤੁਸੀਂ ਵੇਖੋ ਵੀ ਤੁਹਾਨੂੰ ਮੁੜਕਾ ਆਊਗਾ, ਭਾਵੇਂ ਆਪਦਾ ਟੇਬਲ ਹੀ ਸਾਫ਼ ਕਰੋ ਰੋਟੀ ਖਾਣ ਲਈ, ਮਨ ਖੁਸ਼ ਹੋਊਗਾ, ਪ੍ਰਸ਼ਾਦਾ ਛਕ ਕੇ ਮਨ ਪ੍ਰਸੰਨ ਹੋਊਗਾ। ਫ੍ਰੀ ਖਾ ਕੇ ਮੱਤ ਮਾਰੀ ਜਾਂਦੀ ਹੈ। ਇਉਂ ਫ੍ਰੀ ਫਰੂ ਕੁਛ ਨਹੀਂ, ਸਮਝ ਲਓ ਵੀ ਬੰਦਾ ਗੁਲਾਮ ਹੈ। ਤੋ ਹੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਤੇਰੇ ਤੋਂ ਬਗੈਰ ਐਵੇਂ ਸਭ ਕੁਝ ਖਾਈ ਪੀਵੀ ਜਾਣਾ, ਢਿੱਡ ਦੇ ਹੱਥ ਵੀਰਿਆ ਬੜਾ ਸੁੱਖ ਹੈ ਜੀ, ਸੁੱਖ ਸਾ ਕੋਈ ਨਹੀਂ। ਇਹ ਤਾਂ ਨਰਕ ਭਰੀ ਜ਼ਿੰਦਗੀ ਹੈ। ਆਜ਼ਾਦੀ ਦੀ ਇੱਕ ਛਿਨਵੀਂ ਜਿਹੜੀ ਹੈ ਉਹ ਮੈਨੇ ਰੱਖਦੀ ਹੈ। ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਿਹੜੀ ਆਜ਼ਾਦੀ ਦੀ ਜ਼ਿੰਦਗੀ ਹੈ ਇਹ 4 ਦਿਨਾਂ ਦੀ ਵੀ ਬੜੀ ਸੋਹਣੀ ਹੈ। ਗੁਲਾਮੀ ਦਾ ਹੈ ਹੀ ਗੁਲਾਮੀ ਹੈ। ਇਸ ਲਈ ਹਰ ਬਿਨ ਜੋ ਰਹਿਣਾ, ਤੇਰੇ ਤੋਂ ਬਗੈਰ ਜਿਹੜਾ ਰਹਿਣਾ ਹੈ ਨਰਕ ਸੁਸਹਿਣਾ। ਮਹਾਰਾਜ ਇਹ ਨਰਕਾਂ ਦੇ ਸਹਾਰਨ ਦੇ ਬਰਾਬਰ ਹੈ। ਭਾਵੇਂ ਜਿੰਨਾ ਮਰਜ਼ੀ ਸੋਨਾ ਕੋਈ ਦੇ ਦੇ, ਚਾਂਦੀ ਦੇ ਦੇ, ਖਾਣ ਪੀਣ ਨੂੰ ਫ੍ਰੀ, ਨਸ਼ਾ ਪਤਾ ਦੇ ਦੇ। ਜਿਹੜੇ ਫੀਮੀ ਬੋਸਤੀ ਨੇ, ਜਿਹੜਾ ਬੰਦਾ ਉਹਨਾਂ ਕਾਬੂ ਕਰਨਾ ਹੋਵੇ ਉਹ ਆਪਦੀ ਜੇਬ ਦੇ ਵਿੱਚੋਂ ਫੀਮ ਕੱਢ ਕੇ ਦਿੰਦੇ ਨੇ। ਇਹ ਗੱਲ ਮੈਂ ਵੇਖੀ ਪਰਤਾਈ ਹੈ। ਉਹ ਲੈ ਤੂੰ 100 ਰੁਪਏ ਤੋਂ ਡਰਦਾ, ਲੈ 100 ਰੁਪਇਆ ਮੈਂ ਤੇਰਾ ਲਾ ਦਿੰਦਾ। ਸਟਰਾਈਕ ਹੋਈ ਹੈ, ਕਾਲਜ ਪੜ੍ਹਾਈ ਤਾਂ ਹੋਣੀ ਨਹੀਂ, ਘਰ ਜਾ ਕੇ ਕੀ ਕਰਨਾ? ਚਲੋ ਸਿਨੇਮੇ ਚੱਲਦੇ ਆ, ਮੈਂ ਤੇਰੀ ਟਿਕਟ ਖਰਚਦਾ। ਉਹ ਬੰਦੇ ਨੂੰ ਚੇਟਕ ਲਾ ਕੇ ਅਗਲੇ ਦਿਨ ਕਹਿਣਾ ਲਿਆ ਕੱਲ ਮੈਂ ਖਰਚੀ, ਹੁਣ ਤੂੰ ਖਰਚ। ਇਸ ਤਰੀਕੇ ਦੇ ਨਾਲ ਫਰੀ ਫਰੂ ਕੁਛ ਨਹੀਂ ਹੈ। ਨਰਕ ਭਰੀ ਜ਼ਿੰਦਗੀ ਹੈ, ਸਮਝ ਲੋ। ਚਰਨ ਕਮਲ ਮਨ ਬੇਦਿਆ, ਇਉਂ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਵਿੱਚ ਬੰਨਿਆ ਗਿਆ ਹੈ। ਮਾਂ ਪਿਓ ਹਮੇਸ਼ਾ ਬੱਚਿਆਂ ਨੂੰ, ਖਾਸ ਕਰਕੇ ਆਪਦੀਆਂ ਧੀਆਂ ਰਾਣੀਆਂ ਨੂੰ ਸਮਝਾਉਂਦੇ ਵੀ ਧੀਏ ਰਾਣੀਏ,
ਕਿਸੇ ਕੋਲੋਂ ਰਾਈਡ ਵੀ ਨਹੀਂ ਲੈਣੀ। ਆ ਟੈਂਪੂ ਵਾਲੇ ਨੂੰ ਰੁਪਈਏ 20 ਦਿਓ, ਆਪਦੀ ਟਿਕਟ ਆਪ ਖਰਚੋ, ਪਰ ਫ੍ਰੀ ਨਾ ਕਿਸੇ ਦੇ ਪਿੱਛੇ ਬੈਠੋ। ਉਹ ਸਾਡੇ ਸਿੰਘ ਦਾ ਬੈਗ ਹੀ ਲੈ ਕੇ ਕੋਈ ਹਰਨ ਹੋਇਆ। ਸਿੰਘਾਂ ਦੇ ਕੋਲ ਕੀ ਹੁੰਦਾ, ਕਸ਼ਹਿਰੇ ਤੇ ਚੋਲੇ, ਵਿਚਾਰਾ ਵੇਖੇ ਤਾਂ ਠਾਂ ਨਵੇਂ ਸਵਾ ਕੇ ਮੈਥੋਂ ਲਿਆਂਦੇ ਸੀ, ਲੁਧਿਆਣਿਓਂ ਸਟੇਸ਼ਨ 'ਤੇ ਉਤਰਿਆ, ਕਿਸੇ ਨੇ ਮਗਰ ਬਿਠਾ ਲਿਆ। ਮੈਂ ਕਿਹਾ ਵੀ ਕੋਈ ਨਹੀਂ, ਤੂੰ ਤਾਂ ਚੰਗਾ ਭਲਾ ਨਾ, ਕਸ਼ਹਿਰੇ ਪਰ ਨੇ ਹੋਰ ਆਪਾਂ ਸਵਾ ਲਵਾਂਗੇ। ਸੰਤੇ ਮਾਜਰੇ ਉਹ ਸੇਵਾ ਕਰਦਾ ਵਿਚਾਰਾ, ਬੜਾ ਹੀ ਭਲਾ ਮਾਨਸ, ਭੋਲਾ ਬੰਦਾ। ਇਉਂ ਫਰੀ ਫਰੂ ਕੁਛ ਨਹੀਂ ਹੈ, ਬੰਦੇ ਲੁੱਟ ਲੈਂਦੇ ਨੇ। ਨਿਆਣਿਆਂ ਨੂੰ ਆਖੀਦਾ ਵੀ ਕੋਈ ਚੀਜ਼ ਕਿਸੇ ਦੀ ਡਿੱਗੀ ਉਹਦੇ ਵੱਲ ਵੇਖਣਾ ਨਹੀਂ, ਕੀ ਪਤਾ ਕੀ ਹੋਵੇ। ਤੇ ਇਸ ਵਾਸਤੇ ਬੰਦਾ ਪਕੜ ਕੇ ਤੇ ਆਪਦੇ ਮਗਰ ਹੀ ਲਾ ਲਵੇ। ਤੋ ਇਸ ਵਾਸਤੇ ਮਹਾਰਾਜ ਦੇ ਜਿਹੜੇ ਸੰਤ ਨੇ, ਪਿਆਰੇ ਨੇ, ਉਹ ਨਹੀਂ ਕਿਸੇ ਤੋਂ ਲੈਂਦੇ, ਉਹਦਾ ਖਾਂਦੇ ਵੀ ਨਹੀਂ, ਹੱਥ ਵੀ ਨਹੀਂ ਲਾਉਂਦੇ। ਕਹਿੰਦੇ ਆਪਦੇ ਘਰ ਰਾਜੀ ਰਹੋ, ਸਾਨੂੰ ਮਹਾਰਾਜ ਦੇਣ ਵਾਲਾ। ਜਿਹਦਾ ਪਿਓ ਏਡਾ ਵੱਡਾ ਸ਼ਹਿਨਸ਼ਾਹ ਹੋਵੇ, ਉਹਨੂੰ ਕਿਸੇ ਕੋਲੋਂ ਭਲਾ ਲੈਣ ਦੀ ਕੀ ਜ਼ਰੂਰਤ ਹੈ। ਇਸ ਲਈ ਇਹ ਮਹਾਰਾਜ ਤੇਰੀ ਬਾਣੀ, ਤੇਰਾ ਨਾਮ, ਤੇਰਾ ਨਿਤਨੇਮ, ਤੇਰੀ ਸਿੱਖੀ ਚਾਹੀਦੀ ਹੈ। ਇਹ ਨਹੀਂ ਵੀ ਚੱਲ ਰਾਧਾ ਸੁਆਮੀ। ਜਿਹੜਾ ਬੰਦਾ ਗੱਡੀ ਭਰ ਕੇ ਲਿਜਾਵੇ, ਕਹਿੰਦੇ ਉਹਨੂੰ ਸੋਨੇ ਦਾ ਕੜਾ ਪਾਉਂਦੇ ਨੇ, ਹੱਥਾਂ ਦੇ ਚੁੱਕਦੇ। ਪ੍ਰਚਾਰਕ ਜੇ ਜਾਵੇ, ਕਹਿੰਦੇ ਵੀ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਅੰਮ੍ਰਿਤ ਛਕੋ, ਜਿੰਨੇ ਮਰਜ਼ੀ ਪੈਸੇ ਚੁੱਕੋ, ਆ ਕੋਠੀ ਲਓ, ਕਾਰ ਲਓ, ਜੋ ਮਰਜ਼ੀ। ਆ ਸਾਈ ਜਿਹੜੇ ਨੇ 5-5, 7-7 ਲੱਖ ਰੁਪਈਆ ਦੇ ਕੇ ਘਰ ਬਣਾ ਦਿੰਦੇ ਨੇ, ਫਰੀ ਹੌਸਪੀਟਲਾਂ ਦਾ ਸਭ ਕੁਛ। ਇਸ ਲਈ ਆਪਾਂ ਤਾਂ ਹੱਥ ਹੀ ਜੋੜਦੇ ਹਾਂ। ਮੁੱਲ ਦਾ ਸਭ ਕੁਛ ਕਰਨਾ ਠੀਕ ਹੈ, ਪਰ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਤਾਂ ਕੋਈ ਲਾਮਾ ਤੇ ਨਹੀਂ ਨਾ। ਇਹ ਤਾਂ ਨਹੀਂ ਨਾ ਰੱਬ ਆਖੂਗਾ ਵੀ ਲਾਲਚ ਦੇ ਵਿੱਚ ਤੁਸੀਂ ਗੁਰੂ ਨੂੰ ਛੱਡ ਦਿੱਤਾ। ਪੁਰਾਣੇ ਸਿੰਘਾਂ ਨੂੰ ਵੇਖੋ, ਉਹ ਬੰਦ ਕਟਵਾ ਗਏ, ਆਪਦਾ ਖੋਪਰਾ ਮਰ ਲਵਾ ਗਏ, ਪਰ ਉਹ ਟੱਸ ਤੋਂ ਮਸ ਨਹੀਂ ਹੋਏ। ਆਪਾਂ ਨਿੱਕੀ ਜੀ ਗੱਲ ਤੋਂ ਹੀ ਚੱਟ ਜੂੜਾ ਵਢਾ ਕੇ ਅਗਲੇ ਦੇ ਹੱਥ ਫੜਾ ਦਿੰਦੇ ਆ। ਕੋਈ ਪਾਸਪੋਰਟ ਦੇ ਵੀਜ਼ਾ ਲਾਵੇ ਸਹੀ ਸਾਡਾ। ਉਹ ਸਾਡੇ ਪਿੰਡ ਦਾ ਇੱਕ ਮੁੰਡਾ, ਮੈਨੂੰ ਯਾਦ ਹੈ, ਮਾਲਟਨ ਗਿਆ, ਦਫ਼ਤਰ 'ਚ ਮੈਂ ਬੈਠਾ ਹੋਇਆ। ਉਹ ਮੈਂ ਕਿਹਾ ਤੂੰ ਤਾਂ ਕਮਲਿਆ ਹੋਇਆ, ਜਨਾਨੀਆਂ ਵਰਗਾ ਰੂਪ ਬਣਾਇਆ ਹੋਇਆ, ਚੰਗਾ ਮੇਕਅਪ ਸੁੱਟਿਆ। ਕਹਿੰਦਾ ਕੀ ਕਰੀਏ ਜੀ, ਆ ਪਾਸਪੋਰਟ ਵੇਖੋ। ਏਜੰਟ ਨੇ ਸਿਰ ਵਢਾ ਕੇ ਤੇ ਮੇਕਅਪ ਕਰਕੇ ਚੜਾਇਆ ਵੀ ਫੋਟੋ ਨਾਲ ਤੇਰਾ ਚਿਹਰਾ ਮਿਲਦਾ ਹੋਇਆ। ਮੈਂ ਕਿਹਾ ਓਹੋ, ਸਰਦਾਰਾਂ ਦਾ ਮੁੰਡਾ। ਉਹ ਅਲ ਨਗਰ 'ਚ ਸਰਦਾਰ ਵੱਜਦੀ ਆ, ਮੁੰਡਾ ਸਰਦਾਰਾਂ ਦਾ, ਕੈਨੇਡਾ ਦੇ ਵੀਜ਼ੇ ਲਈ ਸਭ ਕੁਛ ਆਪਾਂ ਕਰਨ ਨੂੰ ਤਿਆਰ। ਤੇ ਇਸ ਵਾਸਤੇ ਉਹ ਵੀ ਤਾਂ ਮਹਾਰਾਜ ਦੇ ਸਿੰਘ ਸੀਗੇ। ਵੇਖੋ ਕਿੰਨੀ ਚੜ੍ਹਦੀ ਕਲਾ ਵਿੱਚ ਆ ਬਾਬਾ ਹਨੂੰਮਾਨ ਸਿੰਘ ਜੀ ਖਰੀਦੇ ਜਾਂਦੇ। ਤੇ ਮੈਂ ਹਮੇਸ਼ਾ ਹੀ ਇਹ ਸੋਚਦਾ ਰਹਿੰਦਾ ਹਾਂ ਵੀ ਸਾਡਾ ਕੀ ਬਣਦਾ, ਇਹ ਦੇਸ਼ ਆਜ਼ਾਦ ਕਿਵੇਂ ਹੁੰਦਾ। ਇਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਕਰਕੇ ਵੇਖੋ ਡੋਗਰੇ ਸਰਦਾਰ ਵੇਖ ਗਏ ਤੇ 100 ਸਾਲ ਸਾਨੂੰ ਦੁੱਖ ਭੋਗਣਾ ਪਿਆ। ਇਹਨਾਂ ਕ੍ਰਾਂਤੀਕਾਰੀ ਸ਼ਹੀਦਾਂ ਦੀ ਕਿਰਪਾ ਦੇ ਨਾਲ ਹੀ ਅੱਜ ਆਪਾਂ ਵੇਖੋ ਕਿਆ ਸੋਹਣੇ ਮਹੱਲ ਦੇ ਵਿੱਚ ਬੈਠੇ ਹੋਏ ਆ। ਇਉਂ ਇੱਕ ਘੜੀ ਦੀ ਜ਼ਿੰਦਗੀ ਹੈ, ਤੇ ਜੇ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਤਾਂ ਦੁਨੀਆ ਯਾਦ ਕਰਦੀ ਹੈ। ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੇ ਮਨ ਵਿੱਚ ਇਹ ਵੈਰਾਗ ਹੈ ਕਿ ਪਰਮਾਤਮਾ ਤੋਂ ਬਿਨਾਂ ਨਰਕਾਂ, ਜੇ ਜਰਵਾਣੀਆਂ ਦੀ ਗੱਲ ਮੰਨ ਜਾਂਦਾ ਤੇ ਉਹਦੀ ਚੜ੍ਹਦੀ ਕਲਾ ਸੀਗੀ, ਪਰ ਉਹਨੇ ਆਪਦੇ ਪੁੱਤਰ ਦਾ ਵੀ ਸਾਧ ਸੰਗਤ ਜੀ ਕਲੇਜਾ ਕਢਵਾ ਕੇ ਮੂੰਹ 'ਚ ਪਵਾ ਲਿਆ, ਸ਼ਹੀਦੀ ਕਰਵਾ ਦਿੱਤੀ, ਪਰ ਆਪਦੇ ਸਿਦਕ ਤੋਂ ਨਹੀਂ ਡੋਲਿਆ। ਕਿਉਂ ਮਹਾਰਾਜ ਕਹਿੰਦੇ ਨੇ, ਚਰਨ ਕਮਲ ਮਨ ਵਿਦਿਆ। ਸੰਤਾਂ ਜਨਾਂ ਦਾ ਮਨ ਹਰੀ ਜਾਂ ਗੁਰਾਂ ਦੇ ਚਰਨ ਕਮਲਾਂ 'ਚ ਬੰਨਿਆ ਗਿਆ, ਮਿਲਿਆ ਹੋਇਆ ਹੈ। ਹਰ ਰਸਕ ਬੈਰਾਗੀ, ਜੋ ਹਰੀ ਸਭ ਰਸਾਂ ਵਿੱਚ ਰਸੀਆ ਹੋ ਰਿਹਾ, ਉਸ ਦਾ ਜਿਹੜਾ ਵੈਰਾਗੀ ਪ੍ਰੇਮੀ ਹੋ ਕਰਕੇ ਉਸ ਦੇ ਨਾਮ ਦੇ ਵਿੱਚ ਨਾਮ ਲਿਵ ਲਾਗੇ, ਨਾਮ ਦੇ ਵਿੱਚ ਬਿਰਤੀ ਲਾ ਕੇ ਰੱਖਦਾ ਹੈ, ਪ੍ਰੀਤੀ ਉਹਦੀ ਲੱਗੀ ਹੋਈ ਹੈ। ਉਹਨਾਂ ਵੈਰਾਗੀ ਮਹਾਤਮਾ ਦੀ ਤੁਹਾਨੂੰ ਕਥਾ ਸੁਣਾ ਰਹੇ ਹਾਂ। ਇਸੇ ਪ੍ਰਕਾਰ ਹਰ ਰਸਕ ਬੈਰਾਗੀ, ਜੋ ਹਰੀ ਦੇ ਨਾਮ ਦੇ ਰਸੀਏ ਅਤੇ ਪਦਾਰਥਾਂ ਵੱਲੋਂ ਵੈਰਾਗਵਾਨ ਹੋਏ ਹਨ, ਨਾਮ ਲਿਵ ਲਾਗੇ।
ਉਹਨਾਂ ਦੀ ਹਰ ਹਰ ਨਾਮ ਦੇ ਵਿੱਚ ਲਿਵ ਲੱਗਦੀ ਹੈ। ਕਤਹੁ ਨਾ ਜਾਏ ਨਖਿਧਿਆ, ਉਹਨਾਂ ਨੂੰ ਕਦੇ ਵੀ ਨਕਾਰਿਆ ਨਖੇੜਿਆ ਨਹੀਂ ਜਾ ਸਕਦਾ ਹੈ। ਹਰ ਸੋ ਜਾਏ ਮਿਲਣਾ, ਮਹਾਰਾਜ ਫਰਮਾਉਂਦੇ ਨੇ ਸਾਧ ਸੰਗ ਰਹਿਣਾ। ਜੋ ਭਾਵੇਂ ਭੁੱਖੇ ਰਹੀਏ ਤੇ ਭਾਵੇਂ ਪਿਆਸੇ ਰਹੀਏ, ਤੁਸੀਂ ਮਰਦਾਨੇ ਦਾ ਜੀਵਨ ਵੇਖੋ। ਮੈਂ ਤਾਂ ਸੋਚ ਬਹੁਤ ਵਾਰ ਹੈਰਾਨ ਹੁੰਦਾ, ਜਦੋਂ ਵੀ ਗੁਰੂ ਕੇ ਲੰਗਰ ਵਿੱਚ ਬੈਠੀ ਦਾ ਤੇ ਸਾਧ ਸੰਗਤ ਦੇਸੀ ਘਿਓ ਨਾਲ ਚੋਪੜੇ ਪ੍ਰਸ਼ਾਦੇ ਛਕਾਉਂਦੀ ਆ, ਤਾਂ ਭਾਈ ਮਰਦਾਨਾ ਜੀ ਦੀ ਯਾਦ ਆਉਂਦੀ ਹੈ ਵੀ ਜੇ ਭਾਈ ਸਾਹਿਬ ਹੋਣ ਪਹਿਲਾਂ ਆਪਾਂ ਉਹਨਾਂ ਨੂੰ ਭੋਗ ਲਵਾਈਏ। ਵੀ ਲਓ ਭਾਈ ਸਾਹਿਬ, ਵੇਖੋ ਜ਼ਿੰਦਗੀ ਉਹਨਾਂ ਨੇ ਭੁੱਖਿਆਂ ਹੀ ਗੁਜ਼ਾਰਤੀ ਤੇ ਹਜ਼ਾਰ ਤਰਲੇ ਮਹਾਰਾਜ ਦੇ ਮਾਰਦੇ ਤਾਂ ਕਿਤੇ ਮਹਾਰਾਜ ਇਜਾਜ਼ਤ ਦਿੰਦੇ ਵੀ ਜਾ ਪਾਣੀ ਪੀਆ। ਉਹ ਵੀ ਵਲੀ ਕੰਧਾਰੀ ਵਰਗੇ ਨਾਲ ਮੱਥਾ ਲੱਗ ਜਾਂਦਾ। ਕਿੰਨਾ ਕਸ਼ਟ ਵੇਖੋ, ਪਾਣੀ ਕੀ ਪਿਉਣਾ, ਪੱਥਰ ਹੀ ਰੋੜਤਾ ਵੀ ਲਓ। ਬੰਦਾ ਦਿਸੇ ਹੀ ਨਾ, ਇੰਨਾ ਵੀ ਹੰਕਾਰ ਕਾਹਦਾ ਹੋਇਆ। ਗੁਰਦੁਆਰਾ ਪੰਜਾ ਸਾਹਿਬ ਮਹਾਰਾਜ ਨੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਹੈ। ਇਉਂ ਰੱਬ ਦੇ ਪਿਆਰਿਆਂ ਦਾ ਜੀਵਨ ਹੈ ਕਿ ਰਹਿਣਾ ਸਾਧ ਸੰਗਤ ਦੇ ਵਿੱਚ ਹੀ, ਭਾਵੇਂ ਭੁੱਖੇ ਰਹਿਣਾ ਪਵੇ ਤੇ ਭਾਵੇਂ ਗਰੀਬੀ ਦੇ ਵਿੱਚ ਰਹਿਣਾ ਪਵੇ। ਇਹ ਸੰਗਤ ਸਾਧ ਸੰਗਤ ਜਿਹੜੀ ਹੈ, ਸਾਧ ਸੰਗਤ ਸੱਚਖੰਡ ਹੈ। ਆਏ ਚ ਰੁੱਖ ਹੈ, ਖੁੱਲ੍ਹ ਹੈ ਬਾਰੀ। ਇਹ ਸਮਝ ਲਓ ਸੱਚਖੰਡ ਦੇ ਵਿੱਚ ਰਹਿਣਾ ਹੈ, ਜੋ ਹਰੀ ਪਰਮਾਤਮਾ ਦੇ ਨਾਲ ਮਿਲ ਕੇ ਰਹਿਣਾ ਹੈ। ਉਹ ਜਾ ਕੇ ਸਮਝ ਲਓ ਸੰਗਤ ਦੇ ਵਿੱਚ ਮਿਲਣਾ ਹੈ। ਸੋ ਸੁਖ ਅੰਕ ਨ ਮਾਵੈ, ਸੀਤਾ ਜੀ ਨੂੰ ਰਾਮ ਜੀ ਨੇ ਆਖਿਆ ਸੀਗਾ ਕਿ ਤੂੰ ਰਾਜਕੁਮਾਰੀ ਹੈ ਤੇ ਮੈਂ 14 ਸਾਲ ਜੰਗਲ ਵਿੱਚ ਰਹਿਣਾ, ਤੇ ਤੂੰ ਐਵੇਂ ਵਾਧੂ ਦਾ ਕਿਉਂ ਦੁੱਖ ਭੋਗਣਾ। ਉਥੇ ਸ਼ੇਰ ਚੀਤੇ ਬਗਿਆੜ, ਖਾਣਾ ਪੀਣਾ ਕੁਛ ਵੀ ਨਹੀਂ, ਭੁੱਖੇ ਰਹਿਣਾ ਪੈ ਸਕਦਾ। ਜੰਗਲ ਦੇ ਵਿੱਚ ਬੜੀਆਂ ਮੁਸ਼ਕਿਲਾਂ, ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਣਾ, ਤੂੰ ਕਿਉਂ ਕਸ਼ਟ ਪੈਂਦੀ ਹੈ। ਕਹਿੰਦੀ ਨਹੀਂ, ਪਤੀ ਦੇ ਚਰਨਾਂ ਦੇ ਵਿੱਚ ਭਾਵੇਂ ਛੱਤ ਤੋਂ ਬਗੈਰ ਵੀ ਹੈ, ਭੁੱਖੇ ਵੀ ਰਹਿਣਾ ਉਹ ਵੀ ਪ੍ਰਵਾਨ ਹੈ, ਕਿਉਂਕਿ ਉਹ ਹਜ਼ਾਰਾਂ ਹੀ ਸਵਰਗਾਂ ਦੇ ਸੁੱਖਾਂ ਦੇ ਬਰਾਬਰ ਹੈ। ਉਹਨੂੰ ਮਹਾਤਮਾ ਨੂੰ ਜੋ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੁੰਦਾ, ਉਹ ਸੁੱਖ ਉਹਦੇ ਹਿਰਦੇ 'ਚ ਸਮਾਉਂਦਾ ਨਹੀਂ, ਭਾਵ ਬੇਅੰਤ ਸੁੱਖ ਮਿਲਦਾ ਹੈ। ਉਹ ਕਿਰਪਾਲ ਨਾਨਕ ਕੇ ਸੁਆਮੀ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਿਵੇਂ ਸੀਤਾ ਨੇ ਰਾਮ ਨੂੰ ਆਪ ਦਾ ਮਾਲਕ ਜਾਣਿਆ, ਇਉਂ ਸਾਡੇ ਜਨਾਂ ਦੇ ਮਾਲਕ ਪਰਮਾਤਮਾ ਤੁਸੀਂ ਹੀ ਹੋ, ਤੇ ਸਾਡੇ ਉੱਪਰ ਹੋ ਕਿਰਪਾਲ, ਮਿਹਰਬਾਨ ਹੋਣਾ ਕਰੋ। ਸਾਨੂੰ ਕੁਛ ਨਹੀਂ ਚਾਹੀਦਾ, ਆਪਦੇ ਚਰਨਾਂ ਵਿੱਚ ਨਿਵਾਸ ਚਾਹੀਦਾ। ਜਿਵੇਂ ਭਾਈ ਮਹਾਂ ਸਿੰਘ ਨੇ ਵੇਖੋ 40 ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਕੇ ਵਿਦਾਵਾ ਪੜਵਾਇਆ, ਸ਼ਹੀਦ ਹੋਣਾ ਮਨਜ਼ੂਰ ਕੀਤਾ, ਪਰ ਆਪ ਦੇ ਲਈ ਹੋਰ ਕੁਛ ਨਹੀਂ ਮੰਗਿਆ। ਹਰ ਚਰਨ ਸੰਗ ਸਮਾਵੈ, ਇਹ ਹਰੀ ਵਿਦਾਵਾ ਪਾੜ ਕੇ ਆਪਦੇ ਚਰਨਾਂ ਨਾਲ ਮੇਲ ਲਵੋ, ਟੁੱਟੀ ਗੰਢ ਲਵੋ ਜੀ। ਸੋ ਚਰਨ ਕਮਲਾਂ ਦੇ ਨਾਲ ਸਾਡਾ ਮਨ ਸਮਾ ਜਾਵੇ ਤਾਂ ਗੁਰੂ ਸਾਹਿਬ ਕਿਰਪਾ ਕਰਕੇ ਟੂਟੀ ਗਾਢਣ ਹਾਰ ਗੋਪਾਲ ਹਨ। ਖੋਜਤ ਖੋਜਤ ਪ੍ਰਭ ਮਿਲੇ, ਪਤਾ ਨਹੀਂ ਕਈ ਜਨਮਾਂ ਦੇ ਕੁੱਤੇ ਬਿੱਲੇ ਸੱਪ ਠੂਹੇ ਬਣ ਕੇ ਆਪਾਂ ਲੱਭਦੇ ਫਿਰਦੇ ਸੀ ਰੱਬ ਨੂੰ। ਸਾਧੂਆਂ ਦੀ ਸੰਗਤ ਦੁਆਰਾ ਮਸਾਂ ਮਸਾਂ ਤਾਂ ਪ੍ਰਭੂ ਜੀ ਮਿਲੇ ਨੇ, ਪ੍ਰਾਪਤ ਹੋਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਹੋਈ ਹੈ। ਹਰ ਕਰੁਣਾ ਤਾਰੇ, ਕਿਵੇਂ ਨੇ ਹਰੀ ਪ੍ਰਭੂ ਜੀ ਆਪਣੀ ਕਿਰਪਾ ਧਾਰਨ ਕਰਕੇ ਮਿਲੇ ਹਨ, ਇਸ ਲਈ ਇਹਨਾਂ ਨੂੰ ਪੜ੍ਹਦੇ ਹੀ ਰਹੋ ਹਮੇਸ਼ਾ। ਸਹਿਜ ਪਾਠ, ਅਖੰਡ ਪਾਠ ਸਾਹਿਬ, ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੋ। ਸਿੱਖ ਦਾ ਜਨਮ ਆਪਾਂ ਜਿੱਥੇ ਮਰਜੀ ਭੱਜੇ ਫਿਰਦੇ ਰਹੀਏ, ਇਹ ਤਾਂ ਇੱਕ ਗੁਜ਼ਾਰੇ ਮਾਤਰ ਹੈ। ਸਿੱਖ ਦਾ ਜਨਮ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਹੁੰਦਾ ਹੈ। ਨਿਰਗੁਣ ਨੀਚ ਅਨਾਥ ਮੈਂ, ਗੁਣਾ ਤੋਂ ਹੀਣਾ, ਪਤਿਤ ਕਰਮਾਂ ਨੂੰ ਕਰਨ ਵਾਲਾ, ਤੇ ਨਾਮ ਰੂਪ ਧਨ ਤੋਂ ਹੀਣਾ ਯਤੀਮ ਸੀਗਾ। ਨਹੀਂ ਦੁੱਖ ਵਿਚਾਰੇ, ਪਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਦੋਸ਼, ਸਾਡੇ ਐਬ ਨਹੀਂ ਵਿਚਾਰੇ, ਆਪਦੇ ਚਰਨਾਂ ਵਿੱਚ ਜਗ੍ਹਾ ਬਖਸ਼ੀ ਹੈ। ਨਹੀਂ ਦੁੱਖ ਵਿਚਾਰੇ,
ਵਿਚਾਰੇ ਉਸ ਪ੍ਰਭੂ ਨੇ ਮੇਰੇ ਕੋਈ ਵੀ ਐਬ ਨਹੀਂ ਵਿਚਾਰੇ। ਪੂਰਨ ਸੁਖ ਸਾਰੇ ਸਾਰੇ ਸੁਖ ਪੂਰਨ ਤੌਰ ਤੇ ਦੇ ਦਿੱਤੇ ਨੇ। ਇਹ ਉਸ ਪ੍ਰਭੂ ਪਰਮਾਤਮਾ ਦਾ ਪਾਵਨ ਬਿਰਦ ਬਖਾਨਿਆ ਪਵਿੱਤਰ ਪਤਿਤ ਪਾਵਨ ਧਰਮ ਵਰਣਨ ਕੀਤਾ ਹੈ। ਭਗਤ ਵਸਲ ਸੋਨਾ ਉਸ ਪ੍ਰਭੂ ਨੂੰ ਗੁਰਾਂ ਸੰਤਾਂ ਮਹਾਤਮਾ ਦੁਆਰਾ ਭਗਤੀ ਕਰਨ ਵਾਲਿਆਂ ਦਾ ਪਿਆਰਾ ਸੁਣ ਕੇ ਅੰਚਲੋ ਗਹਿਆ ਮੈਂ ਉਸ ਪ੍ਰਭੂ ਦਾ ਸ਼ਰਨ ਨਾਮ ਰੂਪੀ ਪੱਲਾ ਪਕੜਨਾ ਕੀਤਾ ਹੈ। ਘਟ ਕਟਪੂਰ ਸਮਾਨਿਆ ਤੇ ਕਿਰਪਾ ਹੋਈ ਸਰੀਰਾਂ ਵਿੱਚ ਪੂਰਨ ਸਮਾਇਆ ਹੋਇਆ ਨਿਸ਼ਚੈ ਕੀਤਾ ਜਾਂ ਘਟਾਂ ਵਿੱਚ ਵਿਆਪਕ ਤੇ ਸਭ ਦਾ ਆਤਮਾ ਰੂਪ ਹੋਣ ਕਰਕੇ ਸਭਨਾਂ ਵਿੱਚ ਮਿਲਿਆ ਹੋਇਆ ਹੈ। ਘਟਾਂ ਵਿੱਚ ਪੂਰਨ ਜਾਣ ਕੇ ਮੇਰਾ ਚਿੱਤ ਉਸ ਵਾਹਿਗੁਰੂ ਵਿੱਚ ਸਮਾ ਗਿਆ ਹੈ। ਸੁਖ ਸਾਗਰੋ ਪਾਇਆ ਇੰਜ ਸਹਿਜ ਸੁਭਾਇਆ ਸ਼ਾਂਤੀ ਸੁਭਾਅ ਧਾਰਨ ਕਰਕੇ ਸੁੱਖਾਂ ਦੇ ਸਮੁੰਦਰ ਪ੍ਰਭੂ ਨੂੰ ਪਾ ਲਿਆ ਹੈ। ਜਨਮ ਮਰਨ ਦੁਖ ਹਾਰੇ ਇਸ ਕਰਕੇ ਮੇਰੇ ਜੰਮਣ ਮਰਨ ਦੇ ਦੁੱਖ ਕਸ਼ਟ ਹਾਰ ਗਏ, ਨਿਵਰਤ ਹੋ ਗਏ ਹਨ। ਕਰ ਗਹਲੀਨੇ ਨਾਨਕ ਦਾਸ ਆਪਣੇ ਸਤਿਗੁਰੂ ਜੀ ਕਥਨ ਕਰਦੇ ਕਿ ਪ੍ਰਭੂ ਨੇ ਆਪਣੇ ਦਾਸ ਸੇਵਕ ਦਾ ਮਨ ਰੂਪ ਹੱਥ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ ਹੈ। ਰਾਮ ਨਾਮ ਔਰ ਹਾਰੇ ਪਰ ਮੈਂ ਦਾਸ ਨੇ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਪਹਿਨਣਾ ਕੀਤਾ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਇੰਜ ਇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕੀਤੀ ਹੈ। ਆਓ ਅਰਦਾਸ ਕਰੀਏ ਕਿ ਸਾਡੇ ਹਿਰਦਿਆਂ 'ਚ ਵਸ ਜਾਏ ਜੀ, ਤਾਂ ਕਿ ਸਾਡੀ ਵੀ ਕਲਿਆਣ ਹੋ ਸਕੇ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ ਜੀ। ਸੁਖ ਸਾਗਰੋ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੇ। ਕਰ ਗਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਔਰ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨੋ ਜੀਆਂ ਵਧਾਈਆਂ। ਰਾਗ ਰਤਨ ਪਰਵਾਰ